कई वार उठ के रातां नूं खेतां नूं पानी लाउंदे ने, तू हाल तां पुछ के वेख कदे, ओह सुख दी नींद ना सौंदे ने। ओहदे जख्मां ते लूण पाउण लई नित लभदी नवां बहाना, तू सुण बेदर्दी सरकारे नी ना रोल मेरे किसानां नूं। जी हाँ, ये बोल ਹਨ उस किसानी संघर्ष ਦੇ ਜਿਹੜਾ ਰਾਜਧਾਨੀ 'ਚ ਮੰਗ ਕਰ ਰਿਹਾ ਤੇ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਨ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਅੱਜ ਪੰਜਾਬੀ ਸੰਘਰਸ਼ ਦੀ ਗੱਲ ਕਰਾਂਗੇ। ਲਗਾਤਾਰ ਕਿਸਾਨ ਅਤੇ ਕੇਂਦਰ ਆਮੋ ਸਾਹਮਣੇ ਡਟੇ ਹੋਏ ਹਨ। ਲਗਾਤਾਰ ਪੰਜਾਬ ਅੰਦਰ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਹਨ। ਗੱਲ ਅੱਜ ਸਿੰਘੂ ਬਾਰਡਰ ਦੇ ਜ਼ਮੀਨੀ ਹਾਲਾਤਾਂ ਦੀ ਕਰਾਂਗੇ ਤਾਂ ਸਾਡੇ ਨਾਲ ਜੁੜੇ ਹਨ ਸਾਡੇ ਸਹਿਯੋਗੀ ਪੁਨੀਤ ਕੌਰ। ਕੀ ਹਨ ਜ਼ਮੀਨੀ ਹਾਲਾਤ, ਆਓ ਜਾਣਦੇ ਹਾਂ। मोदी साहब ने एक गल कहनी चाहना कि समुद्र को शांत देकर ये मत समझना कि इसमें रवानी नहीं है। जब भी उठेंगे तूफान बन के उठेंगे, अभी उठने की हमने ठानी नहीं है। पर सरकार ਦੀਆਂ ਜੋ ਕੁਝੀਆਂ ਚਾਲਾਂ ਨੇ ਉਹ ਆਪਣਾ ਪੇਸ਼ ਕਰ ਰਹੇ ਨੇ ਕਿ ਇਹ ਬਿੱਲਾਂ ਨੂੰ ਅਸੀਂ ਖਾਰਜ ਨਾ ਕਰਕੇ ਇਹਨਾਂ ਨੂੰ ਸੋਧ ਕਰਕੇ ਇਹਨਾਂ ਦੇ ਥੋਪ ਦਈਏ, ਪਰ ਇਹ ਗਲਤ ਆ। ਇੱਕ ਸਿੱਧੀ ਸਾਦੀ ਗੱਲ ਹੈ, ਜਦ ਅਸੀਂ ਉਹ ਫਾਇਦਾ ਮੰਗਦੇ ਨਹੀਂ, ਅਸੀਂ ਉਹ ਚਾਹੁੰਦੇ ਨਹੀਂ, ਸਾਡੇ ਤੇ ਧੱਕੇ ਨਾਲ ਉਹ ਕਾਹਦੇ ਬਾਰ-ਬਾਰ ਕਿਹਾ ਜਾ ਰਿਹਾ ਇੱਥੇ ਬਹੁਤ ਫਾਇਦੇ ਹਨ। ਇੱਕ ਕੰਗਣਾ ਨਾਂ ਦੀ ਕੋਈ ਔਰਤ ਹੈ ਜਿਹੜੀ ਕੋਈ ਫਿਲਮ ਇੰਡਸਟਰੀ 'ਚ ਕੰਮ ਕਰਦੀ ਹੈ, ਉਹ ਕਹਿ ਰਹੀ ਹੈ 100 ਰੁਪਈਆ ਦੇ ਕੇ ਉਹਨਾਂ ਨੂੰ ਲਿਆਂਦਾ ਜਾ ਰਿਹਾ। ਸਾਡਾ ਰੋਣ ਨੂੰ ਦਿਲ ਕਰਦਾ ਹੈ, ਉਹਨੂੰ ਅਸੀਂ ਸਮਝਾ ਦੇਣਾ ਚਾਹੁੰਦੇ ਹਾਂ ਪੰਜਾਬੀ 'ਚ, ਇਹੋ ਜਿਹੀ ਮਾੜੀ ਸ਼ਬਦਾਵਲੀ ਬੰਦ ਕਰੇ। ਇੱਕ ਚਾਹ ਜਿਹੜੀ ਕੱਲ ਵਿਗਿਆਨ ਭਵਨ ਵਿੱਚ ਠੁਕਰਾ ਦਿੱਤੀ ਸੀ ਤੇ ਇੱਕ ਚਾਹ ਜਿਹੜੀ ਸਿੰਘੂ ਬਾਰਡਰ ਤੇ ਸਵੇਰੇ ਸਵੇਰੇ ਲੰਗਰ ਵਜੋਂ ਵਰਤਾਈ ਜਾ ਰਹੀ ਹੈ। ਪਹੁੰਚੇ ਹੋਏ ਆ ਸਿੰਘੂ ਬਾਰਡਰ ਤੇ, ਪਹੁੰਚੇ ਕੀ ਹੋਇਆ, ਬੜੇ ਦਿਨਾਂ ਦੇ ਡੇਰੇ ਇੱਥੇ ਨੇ ਤੇ ਅੱਗੇ ਪਤਾ ਨਹੀਂ ਕਿ ਹੋਰ ਕਿੰਨੇ ਦਿਨ ਇੱਥੇ ਨੇ। ਇੱਧਰ ਚਾਹ ਦਾ ਲੰਗਰ ਚੱਲ ਰਿਹਾ ਹੈਗਾ, ਚਾਹ ਹੈਗੀ ਆ, ਰਸ ਹੈਗੇ ਨੇ ਤੇ ਖੁੱਲਾ ਲੰਗਰ ਜਿਹੜਾ ਹੈ ਚੱਲ ਰਿਹਾ ਹੈਗਾ। ਤੇ ਇੱਥੇ ਨਾਲੋਂ ਨਾਲ ਸੈਲਫ ਸਰਵਿਸ ਵੀ ਆ ਵੀ ਜਿਹਨੂੰ ਜਿੰਨੀ ਚਾਹ ਜਿੰਨੀ ਵਾਰੀ ਚਾਹੀਦੀ ਆ, ਕੋਈ ਰੋਕ ਟੋਕ ਨਹੀਂ ਹੈਗੀ। ਪੰਜਾਬੀਆਂ ਦੇ ਲੰਗਰ ਜਿਹੜੇ ਨੇ ਉਹ ਵੈਸੇ ਮਸ਼ਹੂਰ ਹੈਗੇ ਨੇ, ਗੁਰੂ ਸਾਹਿਬ ਨੇ ਨਹਿਮਤ ਬਖਸ਼ੀ ਹੋਈ ਹੈਗੀ ਆ ਪੰਗਤ ਚ ਲੰਗਰ ਦੀ। ਇੱਥੇ ਬ੍ਰੈਡ ਵੀ ਆ, ਇੱਥੇ ਰਸ ਵੀ ਆ, ਇੱਥੇ ਨਾਲੋਂ ਨਾਲ ਚਾਹ ਬਣ ਰਹੀ ਆ, ਗਰਮ ਗਰਮ ਚਾਹ ਜਿਹੜੀ ਆ ਵਰਤਾਈ ਜਾ ਰਹੀ ਹੈਗੀ ਆ। ਠੰਡ ਹੈਗੀ ਆ, ਮੂੰਹ ਚੋਂ ਧੂਏ ਵੀ ਨਿਕਲ ਰਹੇ ਹੈਗੇ ਨੇ। ਨਾਲੋਂ ਨਾਲ ਇਸ ਚੀਜ਼ ਦਾ ਧਿਆਨ ਵੀ ਰੱਖਿਆ ਜਾ ਰਿਹਾ ਕਿ ਸਫਾਈ ਪੂਰੀ ਰਹੇ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਜਦੋਂ ਬਹੁਤ ਸਾਰਾ ਇਕੱਠ ਹੋ ਜਾਂਦਾ ਹੈ ਤਾਂ ਲੋਕ ਜਿਹੜੇ ਨੇ ਉਸ ਜਗ੍ਹਾ ਤੇ ਗੰਦਗੀ ਕਰ ਦਿੰਦੇ ਨੇ, ਪਰ ਨਹੀਂ, ਇੱਥੇ ਨਹੀਂ, ਇੱਥੇ ਰਿਸਪੌਂਸਿਬਿਲਿਟੀ ਪੂਰੀ ਆ। ਪਿੱਛੇ ਇੱਕ ਜਿਹੜਾ ਢੇਰ ਹੈਗਾ ਉਹ ਲਗਾ ਦਿੱਤਾ ਗਿਆ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਏ। ਹੁਣੇ ਸੇਵਾ ਹੋ ਰਹੀ ਸੀ, ਇੱਥੇ ਝਾੜੂ ਲਾਇਆ ਜਾ ਰਿਹਾ ਸੀ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਏ। ਹਰ ਕੋਈ ਜਿਹੜਾ ਹੈ ਸਮਝਦਾਰੀ ਨਾਲ ਕੰਮ ਲੈ ਰਿਹਾ ਹੈਗਾ ਇੱਥੇ। ਤੇ ਕੁਝ ਲੋਕ ਜਿਹੜੇ ਨੇ ਉਹ ਹੁਣੇ ਇੱਥੇ ਪਹੁੰਚੇ ਹੈਗੇ ਆ, ਜਿਹੜੇ ਹੁਣੇ ਪੰਜਾਬ ਤੋਂ ਆਏ ਹੈਗੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਹਾਂਜੀ, ਤੁਸੀਂ ਹੁਣੇ ਪਹੁੰਚੇ ਹੋ? ਹਾਂਜੀ, ਮਨਦੀਪ ਸਿੰਘ ਸੋਹੀਆਂ ਤੋਂ ਜੀ, ਸੋਹੀਆਂ ਤੋਂ ਜੀ, ਲੁਧਿਆਣਾ ਜ਼ਿਲ੍ਹਾ। ਹੁਣੇ ਅਸੀਂ ਇੱਥੇ ਆਏ ਆ। ਹਾਂ, 6 ਵਜੇ ਦੇ ਕਲੌਕ ਇੱਥੇ ਆਏ ਅਸੀਂ। ਹਾਂਜੀ। ਤੇ ਤੁਸੀਂ ਇੰਨੇ ਦਿਨਾਂ ਦੇ ਵਿੱਚ ਹੁਣ ਜਦ ਇੱਥੇ ਪਹੁੰਚੇ ਹੈਗੇ ਹੋ, ਤੁਹਾਨੂੰ ਇੱਥੇ ਹੁੰਗਾਰਾ ਦੇਖ ਕੇ ਨਾ, ਇਕੱਠ ਦੇਖ ਕੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਜੋ ਸੋਚਿਆ ਉਹ ਲੈ ਕੇ ਜਾਵਾਂਗੇ? ਨਹੀਂ, ਬਹੁਤ ਜ਼ਿਆਦਾ ਮਾਣ ਵੀ ਮਹਿਸੂਸ ਹੁੰਦਾ, ਹੋਸ਼ ਵੀ ਹੁੰਦਾ, ਬਹੁਤ ਜ਼ਿਆਦਾ ਜੋਸ਼ ਵੀ ਬਹੁਤ ਜ਼ਿਆਦਾ ਭਰਿਆ ਜਾਂਦਾ। ਅਸੀਂ ਪਿੰਡੋਂ ਆਏ ਆ, 20-25 ਬੰਦੇ ਆਏ ਆ ਪਿੰਡੋਂ, ਬਹੁਤ ਜ਼ਿਆਦਾ ਜੋਸ਼ ਨਾਲ ਆਏ ਆ, ਬਹੁਤ ਜ਼ਿਆਦਾ ਇੱਥੋਂ ਲੈ ਕੇ ਜਾਵਾਂਗੇ। ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਉਹਨੂੰ ਪ੍ਰਾਪਤੀ ਕਰਕੇ ਜਾਵਾਂਗੇ, ਮੋਦੀ ਸਰਕਾਰ ਨੂੰ ਠੁਕਰਾ ਕੇ ਜਾਵਾਂਗੇ, ਇੱਥੇ ਜਿੱਤ ਕੇ ਜਾਵਾਂਗੇ। ਜਿੱਤ ਦੀ ਗੱਲ ਹੋ ਰਹੀ ਹੈਗੀ ਆ ਤੇ ਜਿਹੜਾ ਨੌਜਵਾਨ ਹੈਗੇ ਆ ਉਹਨਾਂ ਦੇ ਮੋਢਿਆਂ ਤੇ ਇਸ ਵਾਰੀ ਜ਼ਿੰਮੇਵਾਰੀਆਂ ਵੱਡੀਆਂ ਨੇ, ਕਿਉਂਕਿ ਉਹਨਾਂ ਤੇ ਪੰਜਾਬ ਦੇ ਨੌਜਵਾਨਾਂ ਦੇ ਤੇ ਨਸ਼ਿਆਂ ਦੇ ਟੈਗ ਲੱਗੇ ਹੋਏ ਆ। ਤੇ ਇਹ ਬਹੁਤ ਸੋਹਣਾ ਵਕਤ ਹੈ ਜਦੋਂ ਆਪਾਂ ਨਸ਼ਿਆਂ ਦੇ ਟੈਗ ਨੂੰ ਹਟਾ ਸਕਦੇ ਹਾਂ ਤੇ ਦੱਸ ਸਕਦੇ ਹਾਂ ਕਿ ਅਸੀਂ ਉਹ ਨੌਜਵਾਨ ਆ ਜਿਹੜੇ ਕਿ ਬਜ਼ੁਰਗਾਂ ਦੀ ਥਾਪੀ ਦੇ ਨਾਲ ਕਿਤੇ ਵੀ ਜਾ ਸਕਦੇ। ਇਹ ਸਾਰੀਆਂ ਝੂਠ ਫਰੇਬ ਗੱਲਾਂ ਨਹੀਂ ਗੌਰਮੈਂਟ ਦੀਆਂ, ਤੇ ਸਾਨੂੰ ਮੋਦੀ ਸਰਕਾਰ ਦਾ ਤਕਰੀਬਨ ਜਮੀ ਠਕਰਾਉਣਾ ਚਾਹੀਦਾ। ਸਾਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਸਾਰਾ ਨਸ਼ਾ ਮੋਦੀ ਸਰਕਾਰ ਦਾ ਹੀ ਫੈਲਾਇਆ ਹੋਇਆ। ਸਾਰੇ ਲੋਕ ਵੋਟਾਂ ਦਾ ਮਕਸਦ ਹੈ, ਇਹ ਸਾਰੇ ਲੋਕ ਇੱਕ ਦੂਜੇ ਦੇ ਪਿੱਛੇ ਲੱਗਦੇ ਨੇ, ਵੋਟਾਂ ਦਿੰਦੇ ਨੇ ਮੋਦੀ ਸਰਕਾਰ ਨੂੰ, ਪਰ ਮੋਦੀ ਸਰਕਾਰ ਦਾ ਸਾਰੀਆਂ ਨੀਤੀਆਂ ਗਲਤ ਨੇ। ਨੋਟਬੰਦੀ, 300 ਧਾਰਾ ਜੰਮੂ ਕਸ਼ਮੀਰ 'ਚ ਪੈਦਾ ਹੋ ਕੀਤੀ ਤੇ ਆਹ ਧਾਰਾ ਕਿਸਾਨਾਂ ਖਾਤਰ ਹੋ ਕੀਤੀ, ਸਾਰਾ ਗਲਤ ਨੇ, ਸਾਰੀਆਂ ਨੀਤੀਆਂ ਗਲਤ ਨੇ। ਕਿਸਾਨ ਅਸੀਂ ਪੂਰਾ ਵਿਰੋਧ ਕਰਦੇ ਹਾਂ ਮੋਦੀ ਸਰਕਾਰ ਦਾ, ਡਟ ਕੇ ਵਿਰੋਧ ਕਰਾਂਗੇ। ਤੁਹਾਡੇ ਕੋਲ ਵੀ ਆਉਣੇ ਹੈਗੇ ਆ, ਇੱਧਰ ਵੀ ਕੁਝ ਲੋਕ ਜਿਹੜੇ ਖੜੇ ਹੈਗੇ ਨੇ। ਤੁਸੀਂ ਕਿੰਨੇ ਦਿਨ ਤੋਂ ਇੱਥੇ? ਅਸੀਂ जी हरियाणा से हैं। हरियाणा तो आए? हाँ जी, रात आए हैं, 2 बजे यहाँ पे पहुँचे हैं
और अपना काम फतेह करके जाएंगे यहाँ पे जी। दल लेके आए हैं बाबा। अच्छा, एक बात बताइए, ऐसा हुआ कि कहते हैं कि मीटिंग होगी, पंचायत होगी, जहां से ये होगा कि पंजाब और हरियाणा से एक एक आदमी जो है हर घर से जाएगा, तो इस मीटिंग के ऊपर कब फैसला आ सकता है? कैसे आप इस चीज को कैसे देखते हैं कि हर घर से एक व्यक्ति का आना, हर घर से एक व्यक्ति आएगा? बिल्कुल आएगा जी, और आ भी रहे हैं। अभी लारा बढ़ रहा है, पीछे से बहुत आ रहे हैं, अदर सारी स्टेटों से आ रहे हैं। अब तो पहले कल्ला पंजाब चला था, फिर हरियाणा चला, इसको देख के अब राजस्थान और बिहार, यूपी, उत्तराखंड सब यहाँ पर डेरे डाल कर रहे हैं और 4 सिपरों से इसको घेरा डालेंगे। उसके बाद मोदी को पता चलेगा कि किसान हाँ अब हमारे सिर पे आ गए हैं। ऐसे हैं जो बड़ा बड़ा घोड़े का दल है ना, जो निहंग सिंह बोलते, निहंग सिंह ਤੁਸੀਂ ਕਿੱਥੋਂ, ਹਰਿਆਣੇ ਤੋਂ ਹੀ ਹੋ? ਨਹੀਂ ਅਸੀਂ ਤਰਨਤਾਰਨ ਤਰਨਤਾਰੋਂ? ਹਾਂਜੀ, ਫਿਰ ਤੁਸੀਂ ਪੰਜਾਬੀ ਚ ਆ ਜਾਓ ਜੀ। ਅੱਛਾ ਠੀਕ ਹੈ ਵਧੀਆ। ਤਰਨਤਾਰਨ ਜ਼ਿਲ੍ਹੇ ਤੋਂ ਜੋ ਨਿਹੰਗ ਸਿੰਘ ਸੀ, ਆਪਣੇ ਨਿਹੰਗ ਛਾਉਣੀ ਬੋਲਦੇ ਆ, ਉਹਨਾਂ ਦਾ ਬਹੁਤ ਵੱਡਾ ਦਲ ਜਿਹੜਾ ਉਹ ਆਉਣ ਡਿਆ ਏ, ਅੱਜ ਮੇਰੇ ਖਿਆਲ 'ਚ ਪਹੁੰਚ ਜਾਏਗਾ। ਤਰਨਤਾਰਨ ਜ਼ਿਲ੍ਹੇ ਤੋਂ ਤੁਰਿਆ ਸੀ ਬਾਬੇ ਵਿਧੀ ਚੰਦ ਕੇ ਉਥੋਂ, ਤੇ ਉਹ ਸਾਰੇ ਦਲ ਇਕੱਠੇ ਹੋ ਕੇ ਆਉਣ ਡਏ ਆ। ਤੇ ਆ ਜਿਹੜੀਆਂ ਇਹਨਾਂ ਰੁਕਾਵਟਾਂ ਖੜੀਆਂ ਕੀਤੀਆਂ ਨਾ, ਇਹ ਵੇਖੋ ਕੱਲ ਨੂੰ ਟੁੱਟ ਜਾਣੀਆਂ ਜੇ ਰੁਕਾਵਟਾਂ ਇਹਨਾਂ ਜਿਹੜੀਆਂ ਕੀਤੀਆਂ। ਇਹ ਆਪਾਂ ਨੇ ਨਾ ਬਹੁਤ ਧੱਕਾ ਕਰਨ ਡਏ ਆ। ਮੈਂ ਤੁਹਾਨੂੰ ਜੇ ਵਿਸਥਾਰ ਦੇ ਨਾਲ ਕੋਈ ਵੀ ਗੱਲ ਕਰਾਂ ਤੇ ਇੱਥੇ ਸਾਡੇ ਕਿਸਾਨ ਨੂੰ ਰੋਲ ਰਹੇ ਆ। ਮੈਂ ਆਸਟ੍ਰੇਲੀਆ ਦੇ ਵਿੱਚ ਖੇਤੀ ਕਰਦਾ, ਇੰਨੀ ਵੈਰੂ ਦੀ ਉੱਥੇ ਕਿਰਪਾ ਕੋਈ ਮਾਣ ਵਾਲੀ ਮੈਂ ਗੱਲ ਨਹੀਂ ਕਰਨ ਡਿਆ। 32 ਏਕੜ ਮੇਰਾ ਉੱਥੇ ਫਾਰਮ ਆ, ਲੈਂਡ ਕਲੂਜਰਾਂ ਹੀ ਗੱਡੀਆਂ ਉੱਥੇ ਰੱਖੀਆਂ। ਇਹ ਤੇ ਸਾਡਾ ਖੂਨ ਜੋੜ ਕੇ ਨਾ ਮੰਤਰੀਆਂ ਨੇ ਲੂਣ ਲਈਆਂ ਨਾ ਗੱਡੀਆਂ, ਅਸੀਂ ਆਪਣੀ ਕਮਾਈ ਦੇ ਨਾਲ ਆ। ਇੱਥੇ ਸਾਨੂੰ ਕਰਦੇ ਕੀ ਆ, ਜੇ ਵੇਖੋ ਇਹ ਨਹੀਂ ਇਹਨਾਂ ਨੂੰ ਵੀ ਇਹਨਾਂ ਸਾਫੇ ਬੱਦੇ ਖਣੀਆਂ ਨਪਾੜਨੀ ਅਸੀਂ ਲੈਂਡ ਕਰੂਜ਼ਰ ਗੱਡੀਆਂ ਫਿਰ ਵੀ ਆਏ ਹੋ। ਮੈਂ ਤੁਹਾਨੂੰ ਦੱਸਦਾ ਫਿਰ ਕੀ ਹੋਣ ਡਿਆ। ਸਾਨੂੰ ਜਿਹੜਾ ਇਹਨਾਂ GST ਲਾਈ ਇੱਥੇ, ਵੇਖੋ ਇਹਨਾਂ ਨੇ ਸਾਨੂੰ ਸਾਰੇ ਕਾਨੂੰਨਾਂ ਦਾ ਪਤਾ। ਸਾਨੂੰ ਜ਼ਿਮੀਂਦਾਰ ਨੂੰ ਕਦੀ ਇਹਨਾਂ 10 ਰੁਪਏ GST ਨਹੀਂ ਦਿੱਤੀ। ਸਾਡੇ ਫਾਰਮ ਤੇ ਸਾਨੂੰ GST ਮਿਲਦੀ ਆ। ਜੇ ਸਰਕਾਰ ਦੂਜੀਆਂ ਚੀਜ਼ਾਂ ਦੇ GST ਲਾਉਂਦੀ ਆ ਤੇ ਜ਼ਿਮੀਂਦਾਰ ਨੂੰ ਖੁਦ GST ਮਿਲਦੀ ਆ। ਇੱਥੇ ਦੱਸੋ ਮੈਨੂੰ ਕਿਸ ਨੂੰ ਮਿਲੀ ਆ? ਫਿਰ ਆ ਪਿੱਛੇ ਲੋਕਡਾਊਨ ਹੋਇਆ ਏ ਤੇ ਸਾਡਾ 32 ਏਕੜ ਫਾਰਮ ਤੇ ਵੀ ਸਾਨੂੰ 20,000 ਉੱਥੋਂ ਦੀ ਸਟੇਟ ਗਵਰਨਮੈਂਟ ਨੇ ਤੇ 20,000 ਸੈਂਟਰ ਗਵਰਨਮੈਂਟ ਨੇ, $40,000 ਤੇ ਬਾਕੀ ਮੇਰਾ ਲੜਕਾ ਜਿਹੜਾ ਸਿਟੀਜ਼ਨ ਆ, ਜਿਹੜਾ ਉਹਨੂੰ ਬੁਢੇਪੇ 'ਚ 10,000 ਮਿਲਣਾ ਸੀ, ਉਹਨਾਂ ਹੁਣ ਦਿੱਤਾ ਹੈ। ਕੁੱਲ ਮਿਲਾ ਕੇ $50,000 ਤੇ ਨਾਲ ਮਹੀਨੇ ਉਹਦੇ ਕੰਮ ਕਰਨ ਵਾਸਤੇ $3,000 ਇੱਕ ਮਹੀਨੇ ਦਾ ਫੇਰ ਸਰਕਾਰ ਵੱਲੋਂ ਮਿਲ ਰਹੇ। ਦੱਸੋ ਮੈਨੂੰ ਕਿਸੇ ਨੂੰ ਸਾਡੇ 10 ਰੁਪਏ ਵੀ ਕਿਸੇ ਨੂੰ ਮਿਲੇ ਆ? ਜਿਹੜਾ ਤੇਲ ਦਾ ਰੇਟ ਸੀ ਉੱਥੇ ਉਹ $1 ਤੇ 30 ਸੈਂਟ ਸੀ ਪਹਿਲੋਂ, ਲੋਕਡਾਊਨ ਤੋਂ ਪਹਿਲੋਂ, ਤੇ ਉਹ ਲੋਕਡਾਊਨ ਦੇ ਵਿੱਚ ਘਟ ਕੇ ਤੇ 70 ਸੈਂਟ ਦਾ ਸਿਰਫ ਡੀਜ਼ਲ ਮਿਲ ਰਿਹਾ। ਤੇ ਇਹਨਾਂ ਵੇਖੋ ਕਿੰਨਾ ਡੀਜ਼ਲ ਸਾਡਾ ਲੋਕਡਾਊਨ ਦੇ ਵਿੱਚ ਵਧਾਇਆ। ਇਹਨਾਂ ਦੇ ਮਨ 'ਚ ਅਸੀਂ ਮੂਰਖ ਤੁਰੀ ਫਿਰਨੇ ਆ। ਇਹ ਸਾਡੇ ਨਾਲ ਵਾਅਦੇ ਕੁਛ ਕਰਦੇ ਆ, ਭਾਵੇਂ ਸਾਡੇ ਕਾਲੀ ਆ, ਕਾਂਗਰਸੀ ਆ, ਭਾਜਪਾ ਵਾਲੇ ਆ, ਕਿੰਨੀਆਂ ਵੀ ਪਾਰਟੀਆਂ, ਇਹਨਾਂ ਦਾ ਵਿਸ਼ਵਾਸ ਉੱਠ ਚੁੱਕਾ ਏ। ਇਹ ਬੇਪ੍ਰਤੀਤੇ ਬੰਦੇ ਆ। ਮੇਰਾ ਵੀ ਜਿਹੜਾ ਮੈਂ ਸਵਾਲ ਮੈਂ ਫਿਰ ਤੋਂ ਇੱਥੇ ਆਵਾਂਗੀ ਕਿ ਤੁਸੀਂ ਇੰਨੀਆਂ ਜਿਹੜੀਆਂ ਨੀਤੀਆਂ, ਜਿਹੜੀਆਂ ਬਦਨੀਤੀਆਂ ਜਿਹਨੂੰ ਤੁਸੀਂ ਕਹਿ ਰਹੇ ਹੋ, ਤੁਸੀਂ ਉਹ ਗਣਾਈਆਂ ਹੈਗੀਆਂ। ਮੈਂ ਫਿਰ ਤੋਂ ਹੀ ਕਹਾਂਗੀ ਕਿ ਗਰੀਬ ਅਮੀਰ ਸਾਰੇ ਹੀ ਇੱਥੇ ਆ। ਲੈਂਡ ਕਰੂਜ਼ਰਾਂ ਵਾਲੇ ਫਿਰ ਵੀ ਘੱਟ ਹੋਣੇ ਆ, ਲੈਂਡ ਕਰੂਜ਼ਰਾਂ ਆ ਫਿਰ ਵੀ ਇੱਥੇ ਆਇਓ। ਬਿਲਕੁਲ ਮੇਰੇ ਵੇਖੋ ਮੇਰੇ ਆ ਭਰਾ ਏ। ਮੈਂ ਤੇ ਚੱਲ ਜਾਣਾ ਜਿੱਦਾਂ ਲੋਕਡਾਊਨ ਖਤਮ ਹੋ ਗਿਆ, ਮੈਂ ਤੇ ਆਸਟ੍ਰੇਲੀਆ ਚੱਲ ਜਾਣਾ, ਪਰ ਇਹ ਮੇਰੇ ਭਰਾ ਏ। ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਨਾ, ਮਾਫ ਕਰਨਾ, ਸਾਡੀ ਇਹ ਜਨਮ ਭੂਮੀ ਆ। ਜਾਣ ਲੱਗਿਓ ਸਾਡੇ ਅਥਰੂ ਵਹਿੰਦੇ ਆ। ਉੱਥੇ ਅਸੀਂ ਜਾਂਦੇ ਆ, ਸਾਡਾ ਇਹਨਾਂ ਦੇ ਨਾਲ ਪ੍ਰੇਮ ਆ। ਮੈਂ ਆਪਣੇ ਘਰ ਪੰਜਾਬੀ ਮੀਡੀਆ ਜਿਹੜਾ ਉਹ ਵੇਖਣਾ, ਸਾਰੇ ਚੈਨਲ ਜਿੰਨੇ ਵੀ ਆ, ਉਹਨਾਂ ਚਿਰ ਸਵਾਦ ਨਹੀਂ, ਰਾਤ ਨੂੰ ਰੋਟੀ ਹਜਮ ਨਹੀਂ ਹੁੰਦੀ ਜਿੰਨਾ ਚਿਰ ਪੰਜਾਬ ਦੀ ਖਬਰ ਨਹੀਂ ਕੋਈ ਸੁਣ ਲੈਂਦੇ। ਅਸੀਂ ਹੁਣੇ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਹੈਗੇ ਆ। ਕੁਝ ਹੋਰ ਰੁਝੇਵੇਂ ਜਿਹੜੇ ਹੈਗੇ ਆ ਨਾਲੋਂ ਨਾਲ ਚੱਲ ਰਹੇ ਹੈਗੇ ਆ, ਅਸੀਂ ਲਗਾਤਾਰ ਗੱਲਬਾਤ ਕਰਦੇ ਰਵਾਂਗੇ। ਫਿਲਹਾਲ ਇੰਨਾ ਹੀ ਇਸ ਸਵੇਰ ਦਾ ਨਜ਼ਾਰਾ ਹੈਗਾ। ਸਵੇਰੇ ਇੰਨਾ ਇਕੱਠ ਹੈਗਾ ਤੇ ਇਹ ਇਕੱਠ ਜਿਹੜਾ ਹੈ ਵੱਧਦਾ ਜਾ ਰਿਹਾ ਹੈ। ਉਧਰੋਂ ਨਿਹੰਗ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਇੱਥੇ। ਲਗਾਤਾਰ ਹਰ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ। ਪੁਨੀਤ ਕੌਰ, ਸਿੰਘੂ ਬਾਰਡਰ, ਸਾਂਝਾ TV। ਇਸ ਮਹਾ ਸੰਘਰਸ਼ ਦੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਹਰ ਕਿਸਾਨ ਦੀ ਕਹਿਣੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਪਰ ਕੁਝ ਇੱਕ ਨਜ਼ਾਰੇ ਜਿਹੜੇ ਨੇ ਉਹ ਬਿਲਕੁਲ ਸੋਚ ਤੋਂ ਪਰੇ ਵਾਲੇ ਹੈਗੇ ਨੇ। ਉਹ ਵੀ ਨਜ਼ਾਰੇ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਹੈਗੀ ਹੈ। ਤੇ ਕੁਝ ਲੋਕ ਇੱਥੇ ਪਹੁੰਚੇ ਹੋਏ ਆ ਨੀਟੂ ਸ਼ਟਰਾਂ ਵਾਲਾ। ਇਹਨਾਂ ਨੂੰ ਹੁਣ ਮੈਨੂੰ ਲੱਗਦਾ ਹੈਗਾ ਕਿ ਦੱਸਣ ਦੀ ਵੀ ਲੋੜ ਨਹੀਂ ਕਿ ਕੌਣ ਹੈਗੇ ਆ, ਪਰ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਆਏ ਕਦੋਂ ਆ ਤੇ ਕਦੋਂ ਸੋਚ ਕੇ ਆਇਆ ਵੀ ਇਹਨਾਂ ਨੇ ਵਾਪਸ ਕਦੋਂ ਜਾਣਾ। ਕਦੋਂ ਆਏ ਹੋ ਜੀ? ਰਾਤੀ 2 ਵਜੇ ਆਏ ਮੈਡਮ। ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭਾਰਤ, ਜੈ ਭੀਮ, ਜੈ ਗੁਰੂ ਰਵਿਦਾਸ, ਜੈ ਵਾਲਮੀਕੀ ਸਮਾਜ, ਜੈ ਮਾਂ ਚਿੰਤਪੁਰਨੀ, ਹਾਲੇਲੂਇਆ। ਸਾਰੇ ਅਸੀਂ ਹਿੰਦੂ, ਸਿੱਖ, ਮੁਸਲਮਾਨ, ਸਾਰੇ ਸਿੱਖ ਈਸਾਈਆਂ ਨੂੰ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਕਿਸਾਨਾਂ ਦੇ ਨਾਲ ਅੱਜ ਧੱਕਾ ਹੋ ਰਿਹਾ, ਸਾਰੇ ਹੀ ਕਿਸਾਨਾਂ ਨਾਲ ਇੱਥੇ ਦਿੱਲੀ ਪਹੁੰਚੋ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ
ਇਹ ਬੇਨਤੀ ਕਰ ਰਿਹਾ ਔਰ ਰੱਬ ਨੂੰ ਮੰਨ ਕੇ ਆਪਣੇ ਦਿਮਾਗ 'ਚ ਕੁਝ ਨਹੀਂ ਹੈਗਾ, ਸਿਰਫ ਕਿਸਾਨਾਂ ਦੀ ਮਦਦ ਕਰਨੀ ਆ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਇਸ ਤੋਂ ਬਾਅਦ ਆਪਣੇ ਘਰ ਜਾਵਾਂਗੇ। ਆ ਜਿਹੜਾ ਮੋਦੀ ਨੇ ਬਿੱਲ ਪਾਸ ਕੀਤਾ ਵਾ ਇਹਨੂੰ ਰੱਦ ਕਰਾ ਕੇ ਜਾਵਾਂਗੇ। ਜੇ ਰੱਦ ਨਾ ਹੋ ਸਕਿਆ ਤੇ ਅਗਲੀ ਵਾਰ ਸਾਡਾ ਕਿਸਾਨ ਪ੍ਰਧਾਨ ਮੰਤਰੀ ਹੋਏਗਾ ਔਰ ਰਾਸ਼ਟਰਪਤੀ ਹੋਏਗਾ, ਮੁੱਖ ਮੰਤਰੀ ਹੋਏਗਾ, MP ਹੋਗਾ, MLA ਹੋਗਾ, ਪ੍ਰਧਾਨ ਹੋਗਾ, ਸਰਪੰਚ ਹੋਏਗਾ, ਕੋਈ ਵੀ ਅਹੁਦਾ ਆਪਾਂ ਪਾਰਟੀਆਂ ਨੂੰ ਨਹੀਂ ਦੇਵਾਂਗੇ। ਇਹ ਵਾਅਦਾ ਕਰਦੇ ਕਸਮ ਖਾਣੇ ਆ। ਬਾਬੇ ਨਾਨਕ ਦੀ ਖੇਤੀ ਜਿਹੜੀ ਸਾਡੇ ਕੋਲ ਖੋਈ ਜਾ ਰਹੀ ਆ, ਅਸੀਂ ਸਿਰ ਧੜ ਦੀ ਬਾਜੀ ਲਾਵਾਂਗੇ, ਪਿੱਛੇ ਨਹੀਂ ਹਟਾਂਗੇ। ਸਾਰੇ ਸਮਾਜ ਨੂੰ ਮੈਂ ਇਕੱਠਾ ਕਰਕੇ ਲਿਆਉਂਗਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਇੱਥੇ ਆਉਣਗੇ। ਸਾਰਿਆਂ ਅੱਗੇ ਬੇਨਤੀ ਕਰਾਂਗੇ, ਸਾਰਿਆਂ ਅੱਗੇ ਝੋਲੀ ਫੈਲਾਵਾਂਗੇ, ਕੱਲੇ ਨੂੰ ਇਤਿਹਾਸ ਯਾਦ ਕਰਾਵਾਂਗੇ, ਇੱਥੇ ਲੈ ਕੇ ਆਵਾਂਗੇ। ਕਿਉਂਕਿ ਜਿਹੜੀ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਹੈ ਤੇ ਅਸੀਂ ਉਹ ਖੇਤੀ ਦਾ ਸਾਡੇ ਕੋਲ ਕੋਈ ਖੋਵੇ ਤੇ ਇਹ ਸਾਨੂੰ ਹਰ ਗੱਲ ਬਰਦਾਸ਼ਤ ਨਹੀਂ ਹੋਏਗਾ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਆਪਣਾ ਝੋਲਾ ਬੈਗ ਕੋਈ ਨਾਲ ਲੈ ਕੇ ਆਏ ਹੋ ਵੀ ਕਦੋਂ ਤੱਕ ਡਟਣ ਦਾ ਇਰਾਦਾ? ਦੇਖੋ ਜੀ, ਮੇਰੇ ਬੰਦੇ ਪਿੱਛੋਂ ਵੀ ਆ ਰਹੇ ਆ, ਟਿਕਟੌਕ ਸਟਾਰ ਹੋਰ ਵੀ ਆ ਰਹੇ ਆ, ਕੈਂਡੀ ਆ ਰਿਹਾ, ਕਈ ਬੰਦੇ ਆ ਰਹੇ, ਮੇਰੀ ਪੂਰੀ ਟੀਮ ਆਈ ਆ। ਵਿਜੇ ਭਾਜੀ ਆ, ਕੈਨੇਡਾ ਤੋਂ ਭਾਜੀ ਇੱਕ ਹੋਰ ਆਏ ਆ, ਸਾਰੇ ਹੀ ਮੇਰੇ ਨਾਲ ਆਏ। ਵਿਜੇ ਭਾਜੀ, ਮੰਗਾ ਭਾਜੀ ਤੇ ਸੂਰਜ ਭਾਜੀ, ਰਿੰਕੂ ਭਾਜੀ ਕੈਨੇਡਾ ਤੋਂ, ਸਾਰੇ ਬੰਦੇ ਆਪਾਂ ਇੱਥੇ ਆਏ। ਜਿਹੜੇ ਬਾਕੀ ਟਿਕਟੌਕ ਸਟਾਰ ਉਹਨਾਂ ਨੂੰ ਵੀ ਲੈ ਕੇ ਆਵਾਂਗੇ, ਕਿਉਂਕਿ ਇਸ ਜਗ੍ਹਾ ਤੇ ਆਉਣਾ ਸਭ ਤੋਂ ਵੱਡੀ ਗੱਲ ਆ ਸਾਡੀ। ਕਿਉਂਕਿ ਇਹਨਾਂ ਦੇ ਹੱਕ ਵਿੱਚ ਇਹਨਾਂ ਨੂੰ ਹੱਕ ਮਿਲ ਜੇ, ਸਾਨੂੰ ਕੁਝ ਨਹੀਂ ਚਾਹੀਦਾ। ਆਪਾਂ ਨੇ ਕਿਹਾ ਸਾਨੂੰ ਕੋਈ ਫੇਮ ਚਾਹੀਦਾ ਨਾ। ਅਗਲੀ ਵਾਰ ਇਲੈਕਸ਼ਨ 'ਚ ਆਪਾਂ ਖੜੇ ਹੋਣਾ ਹੀ ਆ, ਸਿਰਫ ਜੇ ਖੜੇ ਹੋਏ ਤੇ ਇਹਨਾਂ ਦੇ ਨਾਲ ਖੜੇ ਹੋਣਾ, ਉੱਦਾਂ ਨਹੀਂ। ਆਪਾਂ ਦਿੱਲੀ ਅੱਗੇ ਵੀ ਹਾਰ ਕੇ ਗਏ MP ਦੇ ਇਲੈਕਸ਼ਨ ਤੇ, ਪਰ ਐਤਕੀ ਇਹਨਾਂ ਨੂੰ ਜਿਤਾ ਕੇ ਜਾਣਾ, ਜੋ ਮਰਜ਼ੀ ਹੋ ਜੇ। ਅੱਗੇ ਤੁਸੀਂ ਦੇਖਿਆ ਹੈਗਾ ਕਿ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਵੀ ਨਿਕਲ ਕੇ ਆਉਂਦੀਆਂ ਨੇ, ਪਰ ਜਦੋਂ ਮਨਸ਼ਾ ਸਹੀ ਹੋਵੇ ਤੇ ਉਸ ਨੂੰ ਸਹੀ ਵੀ ਕਹਿਣਾ ਚਾਹੀਦਾ ਹੈਗਾ। ਤੇ ਟਿਕਟੌਕ ਸਟਾਰਸ ਜਿਹੜੇ ਟਿਕਟੌਕ ਦੀ ਭਾਬੀ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ। ਵੱਡੀ ਗੱਲ ਹੁੰਦੀ ਆ ਜੀ ਮਜ਼ਾਕ, ਹੋਰ ਗੱਲ ਹੁੰਦੀ ਆ ਸੋਸ਼ਲ ਮੀਡੀਆ ਤੇ ਕਿਸੇ ਦਾ ਮਜ਼ਾਕ ਉਡਾਉਣਾ, ਇਹ ਹੋਰ ਗੱਲ ਹੁੰਦੀ ਆ, ਮਜ਼ਾਕ ਕਰਨਾ ਹੋਰ ਗੱਲ ਹੁੰਦੀ ਆ। ਪਰ ਇਹ ਮਾਮਲਾ ਸੰਜੀਦਾ ਹੈ ਤੇ ਸੀਰੀਅਸ ਆ। ਹਾਂਜੀ ਹਾਂਜੀ, ਅਸੀਂ ਇਹਨਾਂ ਦੇ ਹੱਕ 'ਚ ਆਏ ਹੋਏ ਆ। ਅਸੀਂ ਜਿਤਾ ਕੇ ਜਾਣਾ ਵਾ, ਮੋਦੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਸੀਂ ਜਿਤਾ ਕੇ ਹੀ ਜਾਣਾ ਵਾ। ਸਾਡੀ ਬਹੁਤ ਵੱਡੀ ਟੀਮ ਆ ਨੀਡੂ ਛੱਡਣ ਵਾਲਾ, ਸ਼ਿਵ ਸ਼ਕਤੀ ਆ, ਜਿੰਦਾ ਹੰਸ ਆ ਮੇਰੇ ਨਾਲ, ਵਿਜੇ ਭਾਜੀ ਆ, ਰਿੰਕੂ ਆ, ਸੋਨੂ ਆ, ਸਾਰੇ ਮੇਰੇ ਨਾਲ ਆ, ਸੂਰਜ ਭਾਜੀ ਆ ਮੇਰੇ। ਰਿੰਕੂ ਸੋਨੂ ਟੋਨੀ ਸਾਰੇ ਲੈਣ ਨੇ ਹਨਾ? ਹਾਂਜੀ, ਸਾਡੀ ਪੂਰੀ ਟੀਮ ਆ, ਸਾਰੇ ਲੈਣੇ ਆ। ਹਾਂਜੀ, ਹੁਣ ਟਿਕਟੌਕ ਤੇ ਖਤਮ ਹੋ ਗਿਆ, ਪਰ ਸਪੋਰਟ ਜਾਰੀ ਰਹੇਗੀ? ਹਾਂਜੀ, ਫੁੱਲ ਸਪੋर्ट जाऊंगी ਤੇ ਸਾਡੇ ਵੱਲ ਤਾਂ ਫੁੱਲ ਸਪੋर्ट का तो किसान अपने देश ਦਾ ਹੀ ਨਾਰਾ ਹੈ, जय किसान जय जवान। मैं तो बस यही कहना चाहती हूँ, सपोर्ट फॉलो करो प्लीज। ਸਪੋਰਟ ਫਿਰ ਉਹੀ ਗੱਲ ਆ ਵੀ ਮਨਸ਼ਾ ਜਿਹੜੀ ਆ ਉਹ ਸਹੀ ਹੈਗੀ ਆ। ਦੇਖੋ, ਅਸੀਂ ਬਹੁਤ ਵਾਰੀ ਇਹ ਗੱਲ ਕਹਿ ਦਿੰਦੇ ਹੁੰਨੇ ਆ ਕਿ ਸਿਰਫ ਤੇ ਸਿਰਫ ਲਾਈਮਲਾਈਟ ਲਈ ਆਏ ਨੇ। ਕੋਈ ਵੀ ਹੋਵੇ ਕਾਰਨ ਜੀ, ਮੈਂ ਕਹਿੰਨੀ ਆ ਕੋਈ ਵੀ ਹੋਵੇ ਕਾਰਨ, ਪਰ ਅੱਜ ਦੀ ਤਰੀਕ ਵਿੱਚ ਜੇ ਇੱਥੇ ਖੜੇ ਆ ਤੇ ਵੱਡੀ ਗੱਲ ਹੈਗੀ ਆ। ਬਾਕੀ ਅੱਗੇ ਜਾ ਕੇ ਕਿਸਾਨਾਂ ਨਾਲ ਗੱਲ ਵੀ ਕਰਨੀ ਆ। ਅੱਜ ਬਹੁਤ ਜ਼ਿਆਦਾ ਕੰਮ ਪਿਆ ਹੈਗਾ, 2 ਮਿੰਟ ਲਈ ਇਹਨਾਂ ਨਾਲ ਗੱਲਬਾਤ ਕਰਨੀ ਸੀ, ਕਿਉਂਕਿ ਮੰਨੇ ਪਰਮੰਨੇ ਚਾਹ ਰਹੇ ਨੇ ਵੀ ਇਹਨਾਂ ਨੂੰ ਵਿਖਾਉਣਾ ਵੀ ਬਣਦਾ ਹੈਗਾ। ਤੇ ਪਰ ਮੇਨ ਗੱਲ ਇੱਥੇ ਆ ਕਿ ਹਰ ਇੱਕ ਕਿਸਾਨ ਦੇ ਚਿਹਰੇ ਦੇ ਹਾਵ ਭਾਵ, ਦਿਲ ਦੇ ਹਾਵ ਭਾਵ ਤੇ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਹੈਗੀ ਆ ਕਿ ਉਹ ਕੀ ਚਾਹ ਰਹੇ ਨੇ ਤੇ ਅੱਗੇ ਦੀ ਰਣਨੀਤੀ ਕੀ ਲੈ ਕੇ ਚੱਲ ਰਹੇ ਨੇ। ਪੁਨੀਤ ਕੌਰ, ਸਿੰਘੂ ਬਾਰਡਰ। ਤੇ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਜਾਰੀ ਹੈ ਸਿੰਘੂ ਬਾਰਡਰ, ਜਿੱਥੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਆਪਣੇ ਹੱਕਾਂ ਲਈ, ਆਪਣੇ ਭਵਿੱਖ ਲਈ। ਹਰ ਬੱਚਾ, ਹਰ ਬਜ਼ੁਰਗ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ। ਇਸ ਸੰਘਰਸ਼ ਦਰਮਿਆਨ ਕਈ ਨਾਮੀ ਹਸਤੀਆਂ ਵੀ ਸ਼ਿਰਕਤ ਕਰ ਰਹੀਆਂ ਹਨ ਅਤੇ ਦੇਸ਼ ਦੇ ਕਿਸਾਨਾਂ ਦੇ ਹੱਕ 'ਚ ਹਰ ਵਰਗ ਆਪਣਾ ਬਣਦਾ ਸਹਿਯੋਗ ਪਾ ਰਿਹਾ। ਸਾਡੇ ਨਾਲ ਇੱਕ ਵਾਰ ਫਿਰ ਪੁਨੀਤ ਜੀ ਜੁੜੇ ਹਨ, ਆਓ ਦੇਖਦੇ ਹਾਂ ਉੱਥੋਂ ਦੇ ਹੁੰਦੇ ਹਾਲਾਤ। ਨਿਹੰਗ ਜਥੇਬੰਦੀਆਂ ਨੇ ਜਿਵੇਂ ਕਿ ਕੂਚ ਕੀਤੀ ਹੋਈ ਹੈਗੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਨਿਹੰਗ ਸਿੰਘ ਇੱਥੇ ਪਹੁੰਚ ਚੁੱਕੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ। ਜਦੋਂ ਅਸੀਂ ਸਵੇਰੇ ਸੋਸ਼ਲ ਮੀਡੀਆ ਦੇਖ ਰਹੇ ਸੀ ਤੇ ਨਜ਼ਰ ਆ ਰਿਹਾ ਸੀ, ਕਹਿ ਰਹੇ ਸੀ ਵੀ 2000 ਘੋੜੇ ਇੰਨੇ ਸਿੰਘ ਜਿਹੜੇ ਨੇ ਇੱਥੇ ਪਹੁੰਚ ਰਹੇ ਹੈਗੇ ਨੇ, ਕੂਚ ਕਰ ਚੁੱਕੇ ਹੈਗੇ ਨੇ। ਤੇ ਕਿੰਨੇ ਕੁ ਨਿਹੰਗ ਸਿੰਘ, ਨਿਹੰਗ ਜਥੇਬੰਦੀਆਂ ਫਿਲਹਾਲ ਪਹੁੰਚ ਚੁੱਕੀਆਂ ਨੇ ਜੀ ਇੱਥੇ? ਜੀ ਉਹ ਆਪਣੇ ਜਿਹੜੇ ਸਿੰਘ ਸੀਗੇ ਆਪਣੇ ਘੋੜਿਆਂ ਵਾਲੇ, ਉਹ ਤੁਰ ਚੁੱਕੇ ਨੇ। ਲਗਭਗ ਇੱਥੋਂ ਮੇਰੇ ਹਿਸਾਬ ਨਾਲ ਉਹ 40 ਤੋਂ 50 ਕਿਲੋਮੀਟਰ ਦੀ ਦੂਰੀ ਤੇ ਰਹਿ ਗਏ ਹੋਣਗੇ ਉਹ। ਹਾਂਜੀ, ਉਹਨਾਂ ਨਾਲ ਸਾਡੇ ਸਿੰਘਾਂ ਦੀ ਗੱਲਬਾਤ ਵੀ ਹੋ ਚੁੱਕੀ ਆ ਤੇ ਉਹਨਾਂ ਵਿੱਚੋਂ 50 ਘੋੜੇ ਤਾਂ ਅੱਗੇ ਆ ਗਏ ਨੇ। ਉਹਨਾਂ ਦੇ ਅਸੀਂ ਜੋ ਘੋੜਿਆਂ ਵਾਸਤੇ ਛੋਲੇ ਆ ਜਾਂ ਤੂੜੀ ਆ, ਘਾਹ, ਉਹਨਾਂ ਦਾ ਹੀ ਪ੍ਰਬੰਧ ਕਰਨ ਲੱਗੇ ਆ। ਉਹ ਸਾਡੇ ਨਾਲ ਜਥੇਦਾਰ ਜੀ, ਇਹਨਾਂ ਨੂੰ ਵੀ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਵੀ, ਬੇਨਤੀ ਕੀਤੀ ਵੀ ਆਪਣੇ ਜਿਹੜੇ ਘੋੜੇ ਆਏ ਆ ਉਹਨਾਂ ਵਾਸਤੇ ਸਾਨੂੰ ਘਾਹ ਹੋ ਗਿਆ ਜਾਂ ਤੂੜੀ ਹੋ ਗਈ ਚਾਹੀਦੀ ਆ, ਪਰ ਜਿਹੜਾ ਆਪਣੇ ਆਮ ਲੋਕਾਂ ਵਾਸਤੇ ਖਾਣਾ ਵਾ ਉਹਦੀ ਤਾਂ ਕੋਈ ਤੋੜ ਨਹੀਂ ਗਈ। ਇੱਥੇ ਪਤਾ ਨਹੀਂ ਕੀ ਬਦਾਮਾਂ ਦੇ ਲੰਗਰ ਲੱਗੇ ਹੋਏ ਆ, ਬਹੁਤ ਚੜ੍ਹਦੀ ਕਲਾ, ਮਹਾਰਾਜ ਛੇਵੇਂ ਪਾਤਸ਼ਾਹ ਦੀ ਕਿਰਪਾ ਇੱਥੇ। ਹਾਂਜੀ, ਤੇ ਆਪਣਾ ਅੱਗੇ ਕਹਿੰਦੇ ਆ ਜਿਹੜੀਆਂ ਇੱਥੇ ਕੁੜੀਆਂ ਆਈਆਂ ਹੋਈਆਂ ਵਾ, ਇੱਥੇ ਬੜਾ ਗਲਤ ਬੋਲਦੇ ਆ ਕੁਛ ਕਮੈਂਟ ਮਤਲਬ ਇੱਦਾਂ
ਪਰ ਇੱਥੇ ਇੱਦਾਂ ਦੀ ਕੋਈ ਗੱਲਬਾਤ ਨਹੀਂ ਗੀ। ਬਹੁਤ ਹੀ ਵਧੀਆ ਕੁੜੀਆਂ ਦੀ ਸੇਫਟੀ ਆ। ਜਦੋਂ ਵੀ ਕੋਈ ਕੁੜੀ ਲੰਘਦੀ ਆ ਹਰ ਇੱਕ ਬੰਦਾ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ, ਭੈਣ ਜੀ ਅੱਗੇ ਲੰਘੋ ਤੁਸੀਂ। ਤੇ ਦੂਜੀ ਗੱਲ ਇਹ ਕਹਿੰਦੇ ਆ, ਜਿੱਥੇ ਆਪਣੀ ਸਟੇਜ ਚੱਲ ਰਹੀ ਆ ਇੱਥੇ ਕੋਈ ਵੀ ਗਾਇਕ ਆਉਂਦਾ ਵਾ ਉਹਨਾਂ ਨੂੰ ਵੀ 2-2 ਮਿੰਟ ਦਿੱਤੇ ਜਾਂਦੇ ਆ। ਕੋਈ ਕਹਿੰਦਾ ਵੀ ਇਹਨੂੰ ਟਾਈਮ ਨਹੀਂ ਦਿੱਤਾ ਜਾਂਦਾ, ਨਹੀਂ ਦਿੱਤਾ, ਉਹ ਸਭ ਬਿਲਕੁਲ ਝੂਠ ਆ। ਵਧੀਆ ਟਾਈਮ ਦਿੱਤਾ ਜਾਂਦਾ। ਪਰ ਜਿਹੜਾ ਰਾਜਨੀਤਿਕ ਤੇ ਗੱਲਾਂ ਕਰਦਾ ਵਾ ਉਹਦਾ ਵਿਰੋਧ ਆ। ਇੱਥੇ ਕੋਈ ਅਕਾਲੀ, ਕੋਈ ਕਾਂਗਰਸ ਨਹੀਂ, ਕੋਈ ਆਮ ਆਦਮੀ, ਕੋਈ ਹੈ ਨਹੀਂ ਗਾ ਨਾ। ਇੱਥੇ ਸਾਰੇ ਕਿਸਾਨ ਇੱਕ ਮੁੱਠ ਹੋ ਕੇ ਆਏ ਆ। ਸਿਰਫ ਕੀ ਆ ਕਿ ਜਿਹੜਾ ਵੀ ਆਪਣੇ ਤੇ ਇਹ ਕਹਿਰ ਹੋ ਗਿਆ ਉਹਨੂੰ ਆਪਾਂ ਸਾਬਤ ਕਰਕੇ ਮੋਦੀ ਨੂੰ ਆਪਾਂ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾ ਕੇ ਜੋ ਆਪਣੇ ਬਿੱਲ ਆ ਉਹਨੂੰ ਖਾਰਜ ਕੀਤੇ ਜਾਣ। ਇਹੀ ਸਾਡੀ, ਜੇ ਕੋਈ ਇਦਾਂ ਦੀ ਗੱਲਬਾਤ ਕੋਈ ਜਥੇਬੰਦੀ ਕਹਿੰਦਾ ਵਾ ਪਰ ਅਸੀਂ ਮੰਨਦੇ ਨਹੀਂਗੇ, ਕਿਉਂਕਿ ਸਾਤੋਂ ਜਿਹੜੇ ਸੀਨੀਅਰ ਬੰਦੇ ਬੈਠੇ ਇੱਥੇ ਸਟੇਜ ਸਾਂਭੀ ਹੋਈ ਆ, ਅਸੀਂ ਉਹਨਾਂ ਦੇ ਛਤਰ ਛਾਇਆ ਦੇ ਹੇਠ ਹੀ ਆ। ਜਿਵੇਂ ਉਹ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ, ਅਸੀਂ ਉਦਾਂ ਹੀ ਕਰਾਂਗੇ। ਕੋਈ ਵੀ ਇਦਾਂ ਮੁੱਦਾ ਨਹੀਂ ਭੜਕਾਵਾਂਗੇ। ਅਸੀਂ ਸ਼ਾਂਤਮਈ ਢੰਗ ਨਾਲ, ਸਾਡੇ ਸਿੰਘ ਜੀ ਖੜੇ ਸਾਰੇ, ਅਸੀਂ ਇਦਾਂ ਹੀ ਸ਼ਾਂਤਮਈ ਢੰਗ ਨਾਲ ਅਸੀਂ ਇਹ ਜੰਗ ਲੜਾਂਗੇ ਤੇ ਅਸੀਂ ਇਹ ਜਿੱਤਾਂਗੇ ਵੀ। ਸਾਨੂੰ ਆਸ ਆ 2-4 ਦਿਨ ਲੱਗ ਜਾਣਗੇ ਪਰ ਏਡੀ ਨਹੀਂ ਕੋਈ ਗੱਲ ਹੁੰਦੀ ਆ। ਅਸੀਂ ਜਿੱਤ ਜ਼ਰੂਰ ਹਾਸਲ ਕਰਾਂਗੇ। ਇੰਨੇ ਕਹਿੰਦੇ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦੀ ਦਾਤ ਬਖਸ਼ੀ ਆ। ਗੁਰੂ ਸਾਹਿਬ ਨੇ ਇਹ ਕਿਹਾ ਕਿ ਵੀ ਧਰਮ ਤੇ ਸਿਆਸਤ ਇੱਕ ਦੂਜੇ ਦੇ ਮੋਢੀ ਆ, ਵੀ ਸਿਆਸਤ ਜਿਹੜੀ ਆ ਉਹ ਧਰਮ ਦੇ ਰੋਸ਼ਨੀ ਹੇਠ ਚੱਲੂਗੀ। ਪਰ ਇੱਥੇ ਧਰਮ ਤੇ ਸਿਆਸਤ ਨੂੰ ਧਰਮ ਦੇ ਨਾਂ ਤੇ ਸਿਆਸਤ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ। ਪਰ ਹੁਣ ਜਦੋਂ ਸਿੱਖ ਜਥੇਬੰਦੀਆਂ ਦੇਖੀਦੀਆਂ, ਨਿਹੰਗ ਜਥੇਬੰਦੀਆਂ ਦੇਖੀਦੀਆਂ ਕਿ ਇੰਨਾ ਭਰਵਾਂ ਹੁੰਗਾਰਾ ਮਿਲ ਰਿਹਾ ਹੈਗਾ, ਤਾਂ ਫਿਰ ਗੁਰੂ ਸਾਹਿਬ ਦੇ ਦਰਸਾਏ ਹੋਏ ਉਹ ਗੱਲਾਂ ਸਾਰੀਆਂ ਯਾਦ ਆਉਂਦੀਆਂ ਹੈਗੀਆਂ। ਇੱਥੇ ਕੀ ਸੋਚ ਕੇ ਆਏ ਜੀ? ਅਸੀਂ ਤੇ ਸੋਚ ਕੇ ਵਾਹਿਗੁਰੂ ਇਹ ਆਏ ਆ ਵੀ ਸ਼ਾਂਤਮਈ ਢੰਗ ਦੇ ਨਾਲ ਜੋ ਵੀ ਮਹਾਰਾਜ ਨੇ ਮੈਸੇਜ ਦਿੱਤਾ ਵੀ ਸ਼ਾਂਤਮਈ, ਪਹਿਲਾਂ ਦਾ ਸ਼ਾਂਤਮਈ ਨਾਲ ਢੰਗ ਨਾਲ ਦੇਖੋ, ਵਿਚਾਰੋ, ਸਜ਼ਾ ਆਪਣਾ ਗੁਰਮਤਾ ਕਰੋ। ਇਹਨਾਂ ਨਾਲ ਜੇ ਉਹ ਗੁਰਮਤਾ ਤੇ ਚੱਲਦੇ ਆ ਫੇ ਮੀਰੀ ਪੀਰੀ ਤੇ ਦੱਸਿਆ ਇਦਾਂ ਮੀਰੀ ਪੀਰੀ ਦੀ ਇੱਕ ਸ਼ਾਂਤਮਈ ਦੀ ਆ, ਸ੍ਰੀ ਸਾਹਿਬ ਆ ਇੱਕ ਦੂਜੀ ਆ ਜੀ। ਠੀਕ ਆ ਜੀ। ਜੇ ਫਿਰ ਜਿਹੜੀ ਸ੍ਰੀ ਸਾਹਿਬ ਨੂੰ ਹੱਥ ਪਾਉਣਾ ਪਿਆ ਤਾਂ ਜ਼ਰੂਰ ਪਾਊਗੇ, ਸਿੰਘ ਪਿੱਛੇ ਨਹੀਂ ਹਟਣਗੇ। ਇਹ ਮੈਸੇਜ ਤੇ ਦਿੱਤਾ ਗੁਰੂ ਸਾਹਿਬ ਨੇ ਉਹ ਲੋਕਾਂ ਨੂੰ ਜੋ ਸਮਝਦੇ, ਜੋ ਨਹੀਂ ਸਮਝਦੇ ਉਹਨਾਂ ਵਾਸਤੇ ਮੈਸੇਜ ਕੁਛ ਨਹੀਂ ਗਾਏ। ਇਹ ਨਾਸਤਿਕ ਲੋਕ ਆ, ਇਹਨਾਂ ਦੀ ਚੀਜ਼ਾਂ ਨੂੰ ਇਹਨਾਂ ਨੂੰ ਨਹੀਂ ਪਤਾ। ਠੀਕ ਹੈ ਜੀ। ਵਾਹਿਗੁਰੂ ਜੀ ਦਾ ਖਾਲਸਾ। ਇੱਕ ਅਸੀਂ ਹੋਰ ਕਹਿਣਾ ਚਾਹੁੰਦੇ ਆ, ਜਿਵੇਂ ਜੀ ਆਪਣੇ ਬਾਬਾ ਧੁੰਮਾ ਜੀ ਆ ਜਾਂ ਢਿੰਡੀਆਂ ਦੇ ਸੰਤ ਆ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਤੁਸੀਂ ਜਿਹੜੀ ਇਹ ਹੈਗੀ ਤੁਹਾਡੀ ਕੋਈ ਲੜਾਈ ਹੈਗੀ ਆ ਇਹਨੂੰ ਸਾਈਡ ਤੇ ਰੱਖੋ। ਪਰ ਆਪਦੀਆਂ ਜਿਹੜੀਆਂ ਜਥੇਬੰਦੀਆਂ ਸਿੰਘ ਆ ਇਹਨਾਂ ਨੂੰ ਤੁਸੀਂ ਅੱਗੇ ਲੈ ਕੇ ਉਹ ਇਸ ਹਿੱਸਾ ਬਣਾਓ। ਇਸ ਆਪਣਾ ਜਿਹੜਾ ਵੀ ਕਿਸਾਨ ਏਕਤਾ ਜਿੰਦਾਬਾਦ ਦਾ ਚੱਲ ਰਿਹਾ ਨਾਅਰਾ ਲਾਉਂਦੇ ਆ, ਸਾਡਾ ਸਾਥ ਦਿਓ। ਇੱਥੇ ਆ ਕੇ ਆਪਣੇ ਸਿੰਘ ਨੂੰ ਲੈ ਕੇ ਆਓ, ਇੱਥੇ ਜਕਾਰੇ ਛੱਡੋ ਆ ਕਿ ਆਪਾਂ ਮੋਦੀ ਦੀ ਜਿਹੜੀ ਜੜ ਆ, ਜਿਹੜੀ ਦੀ ਬੋਦੀ ਪੱਟ ਗਿਆ, ਆਪਾਂ ਸਾਰੇ ਰਲ ਮਿਲ ਕੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਧੜੇਬਾਜ਼ੀ ਜਿਹੜੀ ਆ ਉਹ ਹਰ ਕਿਤੇ ਨਜ਼ਰ ਆਉਂਦੀ ਆ, ਪਰ ਇਸ ਵਾਰੀ ਕਿਸਾਨ ਜਥੇਬੰਦੀਆਂ ਦਾ ਇਕੱਠੇ ਆਉਣਾ ਤੁਹਾਨੂੰ ਇਦਾਂ ਲੱਗਦਾ ਜਿਵੇਂ ਇਹਨਾਂ ਨੇ ਕਿਹਾ ਕਿ ਧਾਰਮਿਕ ਜਥੇਬੰਦੀਆਂ ਨੂੰ ਵੀ ਸਭ ਨੂੰ ਇੱਕੋ ਦਰੀ ਤੇ ਆ ਕੇ ਇੱਕ ਅਜਿਹਾ ਹੁੰਗਾਰਾ, ਇੱਕ ਅਜਿਹੀ ਆਵਾਜ਼ ਦੇਣੀ ਚਾਹੀਦੀ ਆ ਕਿ ਜਿਹੜੇ ਅਜੇ ਨਹੀਂ ਸੁਣ ਰਹੇ ਉਹ ਤਖਤ ਜਿਹੜੇ ਨੇ ਉਹ ਪਲਟਣ ਦੀ ਉਹਨਾਂ 'ਚ ਇੰਨੀ ਹੈਸੀਅਤ। ਹੁਣ ਜੀ ਸਾਰੇ ਸੁਣ ਕੇ, ਸਾਰੀਆਂ ਇਕੱਲੀਆਂ ਜਥੇਬੰਦੀਆਂ ਨਹੀਂ, ਟੋਟਲ ਇੱਕ ਡਾਟਾ ਪੰਜਾਬ ਦਾ ਯੂਥ ਸਾਰਾ ਆ ਗਿਆ ਇੱਥੇ ਜੀ। ਮੋਦੀ ਨੂੰ ਇਹ ਸੀਗਾ ਇਹ ਦਰਿਆ ਨੇ, ਦਰਿਆ ਪੰਜਾਬੀਆਂ ਦੇ ਹੜ੍ਹ ਆਏ, ਇਹ ਦਰਿਆਵਾਂ ਨੂੰ ਬੰਨ੍ਹ ਨਹੀਂ ਜੀ ਵੱਜਦੇ। ਮੋਦੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ कि समुंदर को शांत देकर ये मत समझना कि इसमें रवानी नहीं है। जब भी उठेंगे तूफान बन के उठेंगे। अभी उठने की हमने ठानी नहीं है। हजे तो साडी एक लहर ही सी जी, जिन्हें इन्होंने बैरीयर बूरीयर लाए है ना, वो तो पंजाबियों की एक लहर ही सी जिन्हें चकते। ठीक है। हजे जे इन्होंने तूफान बन गए ना फिर इन्हों नहीं रोक सकता कोई। फिर मोदी जिन्हें भी अंडानी बानी सब तिनकियां की तरह बह जाएंगे। ਇਹਦਾ ਅਸੀਂ ਸ਼ਾਂਤਮਈ ਤਰੀਕੇ ਨਾਲ ਚੱਲਦੇ ਆ। ਅਸੀਂ ਨਹੀਂ ਚਾਹੁੰਦੇ ਤੂਫਾਨ ਬਣਨਾ, ਨਾ ਹੀ ਸਾਨੂੰ ਬਣਨ ਲਈ ਮਜਬੂਰ ਕੀਤਾ ਜਾਵੇ। ਠੀਕ ਆ। ਅਸੀਂ ਸ਼ਾਂਤ ਰਹਿਣੇ ਆ, ਸ਼ਾਂਤ ਹੈਗੇ ਆ, ਸ਼ਾਂਤ ਰਹਿਣ ਦਿਓ। ਜੇ ਤੂਫਾਨ ਬਣ ਗਿਆ ਫਿਰ ਰੋਕਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਬੈਠਕਾਂ ਜਿਹੜੀਆਂ ਨੇ ਉਹ ਬੇਸਿੱਟਾ ਰਹਿ ਰਹੀਆਂ ਨੇ, ਹਰ ਇੱਕ ਦਿਨ ਛੱਡ ਕੇ ਬੈਠਕ ਹੋਇਆ ਕਰਨੀ ਹੈ। ਕੀ ਕੁਝ ਉਮੀਦ ਦਰਸਾਉਂਦੇ ਹੋਏ ਜਿਹੜੀਆਂ ਬੈਠਕਾਂ ਹੋ ਰਹੀਆਂ? ਉਮੀਦ ਤੇ ਹੀ ਦੁਨੀਆ ਖੜੀ ਹੈ ਜੀ। ਉਮੀਦ ਹੈ ਵੀ ਇਹਦੇ ਵਿੱਚੋਂ ਇੱਕ ਵਧੀਆ ਜਾਣੀ ਕਿ ਵੀ ਆਪਣਾ ਇੱਕ ਹੱਲ ਨਿਕਲੂਗਾ। ਜਥੇਬੰਦੀਆਂ ਆਪਣਾ ਜੋ ਗੱਲ ਕਰੀਏ ਸਰਕਾਰ ਸੱਦਾ ਦੇ ਰਹੀ ਆ ਉਹਨੂੰ ਠੁਕਰਾ ਨਹੀਂ ਰਹੇ। ਚਲੋ ਉਹਨਾਂ ਦੀ ਮੀਟਿੰਗ ਦੇ ਵਿੱਚ ਜਾ ਰਹੇ ਆ, ਪਰ ਸਰਕਾਰ ਦੀਆਂ ਜੋ ਕੁਝੀਆਂ ਚਾਲਾਂ ਨੇ ਉਹ ਆਪਣਾ ਪੇਸ਼ ਕਰ ਰਹੇ ਨੇ ਕਿ ਇਹ ਬਿੱਲਾਂ ਨੂੰ ਅਸੀਂ ਖਾਰਜ ਨਾ ਕਰਕੇ ਇਹਨਾਂ ਨੂੰ ਸੋਧ ਕਰਕੇ ਇਹਨਾਂ ਤੇ ਥੋਪ ਦਈਏ, ਪਰ ਇਹ ਗਲਤ ਆ। ਜਿਹੜੀ ਸਾਡੀ ਮੰਗ ਆ ਕਿਸਾਨਾਂ ਦੀ, ਸਾਰਿਆਂ ਦੀ ਕਿਸਾਨਾਂ ਦੀ ਮੰਗ ਇਹ ਆ ਵੀ ਬਿੱਲ ਬਿਲਕੁਲ ਰੱਦ ਕੀਤੇ ਜਾਣ, ਨਾ ਕਿ ਇਹਨਾਂ ਨੂੰ ਸੋਧਾਂ ਕਰਕੇ ਸਾਡੇ ਤੇ ਦੁਬਾਰੇ ਥੋਪਿਆ ਜਾਵੇ। ਕਿਉਂਕਿ ਜੇ ਇਹ ਚੀਜ਼ ਹੋ ਗਈ ਫਿਰ ਅਸੀਂ ਇਹਦੇ ਵਿੱਚ ਫਸ ਜਾਵਾਂਗੇ ਤੇ ਇਦਾਂ ਫਿਰ ਜਿਹੜੀ ਗੱਲ ਕਰੀਏ ਕਿਸਾਨੀ ਕਿਸੇ ਸਿਰੇ ਨਹੀਂ ਲੱਗਣੀ। ਕਿਸਾਨੀ ਦੇ ਸਿਰ ਤੇ ਹੀ ਸਾਰਾ ਦੇਸ਼ ਚੱਲਦਾ। ਜੇ ਉਹਨੂੰ ਬਚਾਉਣਾ ਚਾਹੁੰਦੇ ਆ ਤਾਂ ਇਹ ਬਿੱਲ ਰੱਦ ਕਰਾਉਣੇ ਪੈਣਗੇ।
ਲੋਕ ਰਾਜ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਲੋਕਾਂ ਵੱਲੋਂ ਚਲਾਈ ਗਈ ਸਰਕਾਰ, ਲੋਕਾਂ ਵਾਸਤੇ ਸਰਕਾਰ ਤੇ ਲੋਕਾਂ ਦੀ ਬਣਾਈ ਗਈ ਸਰਕਾਰ ਜਿਹੜੀ ਹੁੰਦੀ ਆ ਉਹ ਹੁੰਦੀ ਆ, ਤੇ ਕਾਨੂੰਨ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਬਣ ਜਾਣੇ ਚਾਹੀਦੇ ਆ। ਨਹੀਂ ਬਣਨੇ ਚਾਹੀਦੇ। ਇਹ ਕਿਸੇ ਵੀ ਬੰਦੇ ਨੂੰ ਪੁੱਛ ਕੇ ਜਦ ਸਰਕਾਰਾਂ ਕਾਨੂੰਨ ਤਿਆਰ ਕਰਦੀਆਂ ਉਦੋਂ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਵੇ, ਜੋ ਉਹਨਾਂ ਜਾਣਕਾਰ ਨੇ ਕਾਨੂੰਨ ਬਾਰੇ ਉਹਨਾਂ ਨੂੰ ਬੁਲਾਇਆ ਬਿਠਾਇਆ ਜਾਵੇ, ਤਾਂ ਹੀ ਕਾਨੂੰਨ ਦਾ ਬਣਾਉਣ ਦਾ ਫਾਇਦਾ ਹੈ। ਜਿਸ ਕਾਨੂੰਨ ਦੇ ਨਾਲ ਆਮ ਹੀ ਮਰ ਰਹੀ ਆ, ਉਸ ਕਾਨੂੰਨ ਦਾ ਕੀ ਕਰਨਾ ਹੈ? ਉਸ ਕਾਨੂੰਨ ਦਾ ਬਣਾਉਣ ਦਾ ਤਾਂ ਫਾਇਦਾ ਹੀ ਹੈ ਨਹੀਂ। ਕਾਨੂੰਨ ਦਾ ਬਣਾਉਣ ਦਾ ਤਾਂ ਜਿਹੜੇ ਕਾਨੂੰਨ ਬਣਾਏ ਨੇ ਇਹ ਆਵਾਮ ਨੂੰ ਮਾਰਨ ਖਾਤਰ ਬਣਾਏ ਨੇ, ਕਿਸਾਨੀ ਨੂੰ ਖਤਮ ਕਰਨ ਖਾਤਰ। ਇਹ ਦੱਸੋ ਕਿ ਤੁਸੀਂ ਇਸ ਸਾਈਡ ਤੇ ਆਓ, ਇਹ ਦੱਸੋ ਕਿ ਨੌਜਵਾਨਾਂ ਦਾ ਕਿੰਨਾ ਸਾਥ ਮਿਲਿਆ ਜੀ? ਮੈਡਮ ਜੀ ਨੌਜਵਾਨਾਂ ਦਾ ਪੂਰਾ ਸਾਥ ਸੀ ਸਾਡੇ ਨਾਲ। ਜਿਹੜੇ ਨੌਜਵਾਨ ਆ ਮਾਤਾ ਭੈਣੇ ਸਾਰੇ ਆਏ ਹੋਏ ਸੀ, ਇਹ ਚਾਹੁੰਦੇ ਸੀ ਹਰਿਆਣਾ ਦੇ ਪੰਜਾਬ ਨੂੰ ਲੱਖਣ ਨਹੀਂ ਦੇਵਾਂਗੇ। ਹਰਿਆਣਾ ਵਾਲੇ ਭਾਈਆਂ ਨੇ ਸਾਡਾ। ਹਰਿਆਣੇ ਤੋਂ? ਹਾਂਜੀ, ਹਰਿਆਣੇ ਤੋਂ। ਮੈਂ ਹਰਿਆਣੇ ਤੋਂ ਅੰਬਾਲੇ ਤੋਂ ਆ ਮੈਡਮ। ਉੱਥੇ ਚੱਲੇ ਆ, ਪਹਿਲਾਂ ਬੈਰੀਕੇਡ ਅਸੀਂ ਤੋੜਿਆ ਸੀ। ਇਹ ਮੋਦੀ ਸਰਕਾਰ ਸੋਚਦੀ ਸੀ ਵੀ ਅਸੀਂ ਇਹਨਾਂ ਦੇ ਉੱਪਰ ਮੁਕੱਦਮੇ ਥੋਪ ਕੇ ਇਹਨਾਂ ਨੂੰ ਆਵਾਜ਼ ਨੂੰ ਰੋਕ ਲਵਾਂਗੇ, ਆਪੇ ਰੁਕਣੇ ਵਾਲੇ ਨਹੀਂ ਹੈ। 1857 ਦੀ ਕ੍ਰਾਂਤੀ ਵੀ ਅੰਬਾਲੇ ਤੋਂ ਚੱਲੀ ਹੈ, ਔਰ ਹੁਣ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਲਾਗੂ ਕੀਤੇ ਸੀ ਉਹਨਾਂ ਦੀ ਕ੍ਰਾਂਤੀ ਵੀ ਅੰਬਾਲੇ ਤੋਂ ਚੱਲੀ ਹੈ। ਆਪਾਂ ਦੇ ਇਹੀ ਆਸ ਕਰਕੇ ਆਏ ਆ ਵੀ ਆ ਤਾਂ ਮੋਦੀ ਆਰ ਪਾਰ ਕਰਕੇ ਜਾਵਾਂਗੇ, ਆਪਾਂ ਕਾਨੂੰਨਾਂ ਨੂੰ ਬਿਲਕੁਲ ਰੱਦ ਕਰਾ ਕੇ ਜਾਵਾਂਗੇ। ਮੋਦੀ ਦੇ ਨਾਲ ਇਹੀ ਪ੍ਰਾਰਥਨਾ, ਮੋਦੀ ਜੀ ਹੁਣ ਵੀ ਟਾਈਮ ਹੈ, ਹੁਣ ਵੀ ਤੁਹਾਡੇ ਕੋਲ ਟਾਈਮ ਹੈ, ਜਲਦੀ ਤੋਂ ਜਲਦੀ ਇਹਨਾਂ ਨੂੰ ਰੱਦ ਕਰ ਦੇ, ਆਪਾਂ ਵੀ ਆਪਣੇ ਘਰ ਨੂੰ ਚੱਲੀਏ, ਆਪਣੇ ਕੰਮ ਕਾਜ ਕਰੀਏ। ਸਰਕਾਰਾਂ ਨੇ ਕਦੀ ਵੀ ਪੰਜਾਬ ਤੇ ਹਰਿਆਣੇ ਨੂੰ ਨਾਲ ਨਹੀਂ ਹੋਣ ਦਿੱਤਾ, ਪਰ ਅੱਜ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਪੰਜਾਬੀ ਹੈ ਤੇ ਕਿਹੜਾ ਹਰਿਆਣੇ ਤੋਂ। ਮੈਡਮ ਜੀ ਇਹਨਾਂ ਦੀ ਸੋਚ ਇਹ ਹੈ ਵੀ ਪੰਜਾਬ ਹਰਿਆਣਾ ਜੋ ਦੋਨੋਂ ਭਾਈ ਭਾਈ ਹੈ, ਜੇ ਦੋਵੇਂ ਮਿਲ ਜਾਣਗੇ ਤਾਂ ਇਹਨਾਂ ਦੀ ਕ੍ਰਾਂਤੀਕਾਰੀ ਉੱਠਦੀ ਹੈ। ਹੁਣ ਆਪਾਂ ਪੰਜਾਬ ਹਰਿਆਣੇ ਤੋਂ ਆਪਾਂ ਮੀਟਿੰਗ ਕੀਤੀ ਸੀ, ਭਾਈ ਆਪਾਂ ਦਿੱਲੀ ਜਾਣਾ, ਮੋਦੀ ਦਿੱਲੀ ਸਾਡੇ ਨਾਲ ਵੀ ਹੈ। ਦਿੱਲੀ ਅਗਰ ਮੋਦੀ ਦਿੱਲੀ ਤੇ ਬੈਠਦਾ ਸਾਡਾ ਵੀ ਹੱਕ ਹੈਗਾ ਦਿੱਲੀ ਦੇ ਉੱਤੇ, ਆਪਾਂ ਵੀ ਦਿੱਲੀ ਦੇ ਬੈਠਣੇ ਦੇ ਹੱਕਦਾਰ ਹੈ। ਆਪਾਂ ਆਪਣੇ ਟਰੈਕਟਰ ਤੇ ਆਈਆਂ, ਪਹਿਲਾਂ ਇਹਨਾਂ ਨੇ ਬਾਬਾ ਦਾ ਆਇਆ ਸੀ ਮਹਿੰਦਰ ਸਿੰਘ ਟਕੈਤ, ਇੱਥੇ ਟਰੈਕਟਰ ਰੈਲੀ ਲੈ ਕੇ ਇਹ ਭੁੱਲ ਗਏ ਸੀ। ਹੁਣ ਮੋਦੀ ਜੀ ਆਪਾਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ, ਇਹ ਸਾਡੀ ਹਰਿਆਣਾ ਪੰਜਾਬ ਦੀ ਇੱਕ ਹੀ ਮੰਗ ਹੈ। ਤੇ ਕਹਿ ਰਹੇ ਨੇ ਜੇ ਹੋ ਸਕਦਾ ਹੈ ਤੇ ਕੁਝ ਵੀ ਹੋ ਸਕਦਾ ਹੈ, ਜੇ ਸੰਸਦ ਦਾ ਘਿਰਾਓ ਵੀ ਕਰਨਾ ਪਏਗਾ ਤੇ ਸੰਸਦ ਦਾ ਘਿਰਾਓ ਵੀ ਹੋਏਗਾ। ਮਾਫੀ ਚਾਹਾਂਗੀ ਪਿੱਛੋਂ ਜਿਹੜੀਆਂ ਆਵਾਜ਼ਾਂ ਆ ਰਹੀਆਂ, ਤੁਹਾਨੂੰ ਥੋੜੀ ਡਿਸਟਰਬੈਂਸ ਤੇ ਜ਼ਰੂਰ ਆ ਰਹੀ ਹੋਣੀ, ਪਰ ਇਹਨਾਂ ਵਾਸਤੇ ਡਿਸਟਰਬੈਂਸ ਨਹੀਂ ਹੈਗੀ। ਇਹ ਉਹ ਆਵਾਜ਼ ਹੈਗੀ ਹੈ ਜਿਹੜੀ ਇਹ ਧੁਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦੇ ਨਾਲ ਇੱਕ ਕੇਂਦਰ ਦੇ ਜਿਹੜੇ ਕੰਨ ਕਹਿੰਦੇ ਨੇ ਕਿ ਬੋਲੇ ਹੋ ਗਏ ਨੇ, ਉਹਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਪਿੱਛੋਂ ਸਟੇਜ ਤੋਂ ਆਵਾਜ਼ ਆ ਰਹੀ ਹੈਗੀ ਆ, ਤੇ ਕੋਸ਼ਿਸ਼ ਇਹੀ ਹੈ ਕਿ ਤੁਹਾਡੇ ਤੱਕ ਇਸ ਆਵਾਜ਼ ਦਾ ਹਰ ਕਣ, ਹਰ ਹੂਕ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਏ। ਕਿਸਾਨ ਨੇਤਾ ਨਾਲੋਂ ਨਾਲ ਜਿਵੇਂ ਅਸੀਂ ਅੱਗੇ ਜਾਈ ਜਾ ਰਹੇ ਹਾਂ, ਕਿਸਾਨ ਨੇਤਾ ਸਾਡੇ ਨਾਲ ਹੋਰ ਜੁੜੀ ਜਾ ਰਹੇ ਹੈਗੇ ਨੇ। ਤੁਸੀਂ ਕਿੱਥੋਂ ਆਏ ਹੋ ਜੀ? ਦਾਸ ਜਸਪਾਲ ਸਿੰਘ ਜਾਡਲੀ, ਸ਼ਹੀਦ ਆਜਮ ਭਗਤ ਸਿੰਘ ਦਾ ਜੋ ਖਟਕੜ ਕਲਾ ਪਿੰਡ ਹੈ, ਉਸ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਜਾਡਲੀ ਤੋਂ ਰਾਤੀ 15 ਵਿਅਕਤੀਆਂ ਦਾ ਕਿਸਾਨਾਂ ਦਾ ਲੈ ਕੇ ਜਥਾ ਇੱਥੇ ਪਹੁੰਚਿਆ। ਤੇ ਮੈਂ ਬਵਰਾ ਅਕਾਲੀ ਲਹਿਰ, ਜਿਸ ਲਹਿਰ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅੰਗਰੇਜ਼ਾਂ ਤੋਂ, ਉਸ ਲਹਿਰ ਦੀ ਯਾਦ ਵਿੱਚ ਬਣੇ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦਾ ਜਨਰਲ ਸੈਕਟਰੀ ਹਾਂ ਤੇ ਇਹ ਸਮਾਜ ਦੇ ਕਿਸਾਨਾਂ ਦੀ ਔਰ ਇਹਨਾਂ ਅਦਾਰਿਆਂ ਵਿੱਚ ਕੰਮ ਕਰਕੇ ਡਿਊਟੀ ਨਿਭਾ ਰਹੇ ਹਾਂ। ਔਰ ਮੈਡਮ ਜੀ, ਤੁਸੀਂ ਮੈਨੂੰ ਅੱਜ ਦੇ ਜਿੱਥੇ ਜ਼ਿਲ੍ਹੇ ਦੇ ਆਉਣ ਦੇ ਬਾਰੇ ਵਿੱਚ ਪਿੰਡ ਦੀ ਜਾਣਕਾਰੀ ਲਈ, ਉੱਥੇ ਆਉਣ ਦਾ ਇੱਥੇ ਕਾਰਨ ਇਹ ਲੱਖਾਂ ਦਾ ਜੋ ਇਕੱਠ ਹੋਇਆ ਹੈ, ਉਸ ਦੇ ਵਿੱਚ ਅਸੀਂ ਵੀ ਪਹਿਲਾਂ 26 ਤਰੀਕ ਨੂੰ ਆਏ, 2 ਦਿਨ ਰਹਿ ਕੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਗੁਰਪੁਰਬ ਨੂੰ ਮਨਾਉਣ ਦੇ ਲਈ ਪ੍ਰਭਾਤ ਫੇਰੀਆਂ ਨਿਕਲਣੀਆਂ ਸਨ, ਵਾਪਸ ਚਲੇ ਗਏ। ਔਰ ਕੱਲ ਅਸੀਂ ਫਿਰ ਟੈਂਪੂ ਟਰੈਵਲ ਦੇ ਰਾਹੀਂ 15 ਨੌਜਵਾਨ ਪਹੁੰਚੇ ਹਾਂ, ਜਿਨ੍ਹਾਂ ਨੂੰ ਤੁਰਨ ਵੇਲੇ ਉਹਨਾਂ ਦੇ ਮਾਪਿਆਂ ਨੇ ਕਿਹਾ, ਅਰਦਾਸ ਕੀਤੀ ਕਿ ਸ਼ਾਂਤਮਈ ਰਹਿ ਕੇ ਉੱਥੇ ਸਾਰਾ ਆਪਣਾ ਡਿਊਟੀ ਨਿਭਾਉਣੀ ਹੈ। ਸੋ ਅਸੀਂ ਇਹਨਾਂ ਕਿਸਾਨਾਂ ਦੇ ਲਈ ਫਰੂਟ, ਹੋਰ ਸੇਵਾ, ਕੁਝ ਇਕਨੋਮਿਕਲੀ ਫੰਡ ਇਕੱਠਾ ਕੀਤਾ। ਅੱਜ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਪੰਜਾਬ ਨੇ ਉਹਨਾਂ ਸਟੇਟਾਂ ਦਾ 70% ਅਨਾਜ ਪੈਦਾ ਕਰਕੇ ਢਿੱਡ ਭਰਿਆ, ਔਰ ਜਦੋਂ ਦੂਜਿਆਂ ਦੇਸ਼ਾਂ ਨਾਲ ਲੜਾਈ ਲੱਗੀ ਹੋਈ ਸੀ, 97% ਕੁਰਬਾਨੀਆਂ ਕਰਕੇ ਦੇਸ਼ ਦੇ ਲਈ ਵੱਡੀ ਕੁਰਬਾਨੀ ਕੀਤੀ। ਔਰ ਅਸੀਂ ਆਪਣੀਆਂ ਜ਼ਮੀਨਾਂ ਪੰਜਾਬ ਦੀਆਂ ਖਾਸ ਕਰ ਪਾਣੀ ਜ਼ਹਿਰਾਂ ਪਾ ਕੇ ਖਰਾਬ ਕਰ ਲਿਆ, ਅਤੇ ਅੱਜ ਵੀ ਅਸੀਂ 60-65% ਅਨਾਜ ਪੈਦਾ ਕਰਕੇ ਦੂਜੀਆਂ ਸਟੇਟਾਂ ਨੂੰ ਦੇ ਰਹੇ ਹਾਂ। ਸੋ ਉਹ ਸਟੇਟਾਂ ਵੀ ਸਾਡੇ ਕਿਸਾਨ ਭਰਾ ਨੇ, ਪਰ ਮੋਦੀ ਨੇ ਬਿਨਾਂ ਮੰਗਿਓ, ਬਿਨਾਂ ਕੋਈ ਸਹੂਲਤ ਰਿਆਂ, ਇੱਕ ਧੱਕੇ ਨਾਲ ਲੋਕਤੰਤਰ ਦਾ ਘਾਣ ਕਰਕੇ ਪਹਿਲਾਂ ਬਿੱਲ ਉਹ ਆਰਡੀਨੈਂਸ ਜਿਹੜਾ ਸੀਗਾ ਉਹ ਲੋਕ ਸਭਾ ਦੇ ਵਿੱਚ ਲਿਆਂਦਾ। ਲੋਕ ਸਭਾ ਦੇ ਵਿੱਚ ਲਿਆਉਣ ਤੋਂ ਬਾਅਦ ਫਿਰ ਰਾਜ ਸਭਾ, ਜਿੱਥੇ ਇਹਨਾਂ ਦੀ ਗਿਣਤੀ ਨਹੀਂ ਸੀ, ਮੈਜੋਰਟੀ ਨਹੀਂ ਸੀ, ਉੱਥੇ ਲੋਕਤੰਤਰ ਦਾ ਘਾਣ ਕੀਤਾ। ਉਹਨਾਂ ਮਾਰਸ਼ਲਾਂ ਦੇ ਰਾਹੀਂ ਵਿਰੋਧੀਆਂ ਨੂੰ ਉਹਨਾਂ ਦੀ ਜੋ ਮੈਂਬਰੀ ਖਤਮ ਕਰਾਈ,
ਔਰ ਉਸ ਤੋਂ ਵੀ ਅੱਗੇ ਕੀ ਹੋਇਆ? ਉਸ ਤੋਂ ਅੱਗੇ ਇਹ ਹੋਇਆ, ਰਾਸ਼ਟਰਪਤੀ ਤੋਂ ਐਤਵਾਰੀ ਉਸ ਬਿੱਲ ਤੇ ਆਰਡੀਨੈਂਸ ਤੇ ਮੋਹਰ ਲਵਾਈ ਤੇ ਕਾਨੂੰਨ ਬਣਾ ਦਿੱਤੇ। ਉਸ ਵੇਲੇ ਬਣਾਏ ਜਦੋਂ ਚਾਈਨਾ ਸਾਡੇ ਵੱਲ ਵੱਧ ਰਿਹਾ ਸੀ, ਉਸ ਵੇਲੇ ਬਣਾਏ ਜਦੋਂ ਕਰੋਨਾ ਸਿਖਰਾਂ ਤੇ ਸੀ, ਉਸ ਵੇਲੇ ਬਣਾਏ ਜਦੋਂ ਦੇਸ਼ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਸੀ। ਸੋ ਇੱਕ ਸਿੱਧੀ ਸਾਦੀ ਗੱਲ ਹੈ, ਜਦ ਅਸੀਂ ਉਹ ਫਾਇਦਾ ਮੰਗਦੇ ਨਹੀਂ, ਅਸੀਂ ਉਹ ਚਾਹੁੰਦੇ ਨਹੀਂ, ਸਾਡੇ ਤੇ ਧੱਕੇ ਨਾਲ ਉਹ ਕਾਹਤੇ ਬਾਰ-ਬਾਰ ਕਿਹਾ ਜਾ ਰਿਹਾ ਤੇ ਬਹੁਤ ਫਾਇਦੇ ਹਨ। ਔਰ ਉਸ ਤੋਂ ਵੀ ਅੱਗੇ ਅਸੀਂ ਤਾਂ ਵੱਧ ਅਧਿਕਾਰ ਮੰਗਦੇ ਸੀ ਕਿ ਸਟੇਟਾਂ ਨੂੰ ਵੱਧ ਅਧਿਕਾਰ ਦਿਓ। ਅਸੀਂ ਇਕੱਲੇ ਪੰਜਾਬ ਦੇ ਲਈ ਨਹੀਂ ਸੀ ਮੰਗਦੇ, ਅਸੀਂ ਕਹਿੰਦੇ ਸੀ ਜੇ ਰਾਜਸਥਾਨ ਦਾ ਪੱਥਰ ਹੈ ਉਹ ਪੱਥਰ ਮੁੱਲ ਦੇਵੇ, ਜੇ ਜਿੱਥੇ ਆਪਣਾ ਲੋਹਾ ਪੈਦਾ ਹੁੰਦਾ ਹੈ ਉਹ ਲੋਹਾ ਮੁੱਲ ਦੇਵੇ। ਸਾਡੀਆਂ ਅਨਾਜ ਪੈਦਾ ਕਰਦੇ ਹਾਂ, ਅਸੀਂ ਅਨਾਜ ਦਾ ਮੁੱਲ ਤੈਅ ਕਰੀਏ। ਸਾਡਾ ਪਾਣੀ ਹੈ, ਸਾਨੂੰ ਉਸ ਪਾਣੀ ਦਾ ਫਾਇਦਾ ਦਿਓ। ਪਰ ਅਫਸੋਸ ਤੇ ਬਹੁਤ ਹੀ ਨਿਰਾਸ਼ਾ ਹੋਈ ਜਦੋਂ ਇਹ ਬਿੱਲ ਲਿਆਂਦੇ। ਸਾਂਝੀ ਮੰਡੀ ਬਣਾ ਦਿੱਤੀ ਗਈ, ਮੰਡੀਆਂ ਤਹਿਸ਼-ਨਹਿਸ਼ ਕਰ ਦਿੱਤੀਆਂ ਗਈਆਂ ਅਡਾਨੀਆਂ ਅਵਾਨੀਆਂ ਨੂੰ। ਇਹਦਾ ਫਾਇਦਾ ਦੇਣ ਦੇ ਲਈ ਪੰਜਾਬ ਦੇ ਵਿੱਚ ਮੋਗਾ ਨੇੜੇ ਸਾਈਲੋ ਬਣਾ ਦਿੱਤਾ ਗਿਆ, ਜਿੱਥੇ 40 ਲੱਖ ਬੋਰੀ ਲੱਗਣੀ ਹੈ, ਉੱਥੇ ਰੇਲ ਗੱਡੀ ਭੇਜੀ ਲੈਣ ਲਈ। ਇੱਕ ਨਿੱਕੇ ਜਿਹੇ ਬੱਚੇ ਨੇ ਰੇਲ ਗੱਡੀ ਦੇ ਖੜ ਕੇ ਉਹ ਰੇਲ ਗੱਡੀ ਰੋਕੀ। ਅਸੀਂ 2.5 ਮਹੀਨੇ ਸਤਿਕਾਰਯੋਗ ਮੈਡਮ ਜੀ ਪਟੜੀਆਂ ਤੇ ਬੈਠੇ ਰਹੇ, ਟੋਲ ਪਲਾਜ਼ਿਆਂ ਨੂੰ ਬੰਦ ਕਰਦੇ ਰਹੇ ਔਰ ਸ਼ਾਂਤਮਈ ਰਹਿ ਕੇ ਇਹਨਾਂ ਕਿਸਾਨ ਯੂਨੀਅਨ ਦੇ ਲੀਡਰਾਂ ਦੀ ਗੱਲ ਮੰਨਦੇ ਰਹੇ। ਅਤੇ ਫਿਰ ਜਦੋਂ ਸਾਨੂੰ ਸੱਦਿਆ ਹੀ ਗਿਆ, ਕੋਈ ਸੈਂਟਰ ਦਾ ਮਿਨਿਸਟਰ ਤੱਕ ਨਾ ਆਇਆ, ਕੋਈ ਹੋਰ ਬੰਦਾ ਨਾ ਆਇਆ, ਅਸੀਂ ਨਿਰਾਸ਼ ਹੋ ਕੇ ਫਿਰ ਘਰਾਂ ਨੂੰ ਚੱਲ ਗਏ। ਇੱਕ ਕੰਗਣਾ ਨਾਂ ਦੀ ਕੋਈ ਔਰਤ ਹੈ ਜਿਹੜੀ ਕੋਈ ਫਿਲਮ ਇੰਡਸਟਰੀ 'ਚ ਕੰਮ ਕਰਦੀ ਹੈ। ਉਹ ਕਹਿ ਰਹੀ ਹੈ ਕਿ ਸਾਡੀਆਂ ਬੀਬੀਆਂ ਜਿਹੜੀਆਂ ਹੱਥੀਂ ਕਿਰਤ ਕਰਕੇ ਰੋਟੀਆਂ ਪਕਾ ਰਹੀਆਂ ਨੇ, ਡਿਊਟੀਆਂ ਨਿਭਾ ਰਹੀਆਂ ਨੇ ਔਰ ਮਾਈ ਭਾਗੋ ਦੀਆਂ ਉਹ ਵਾਰਸਾਂ ਨੇ, ਉਹ ਕਹਿ ਰਹੀ ਹੈ 100-100 ਰੁਪਈਆ ਦੇ ਕੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ। ਸਾਡਾ ਰੋਣ ਨੂੰ ਦਿਲ ਕਰਦਾ ਹੈ, ਉਹਨੂੰ ਅਸੀਂ ਸਮਝਾ ਦੇਣਾ ਚਾਹੁੰਦੇ ਹਾਂ ਪੰਜਾਬੀ 'ਚ, ਇਹੋ ਜਿਹੀ ਮਾੜੀ ਸ਼ਬਦਾਵਲੀ ਬੰਦ ਕਰੇ, ਨਹੀਂ ਤਾਂ ਪੰਜਾਬ ਦਾ ਜੋ ਕਿਸਾਨ ਹੈ ਰੋਹ ਵਿੱਚ ਆ ਕੇ ਉਸ ਦਾ ਘਰ ਵੀ ਘੇਰੇਗਾ, ਉਸ ਨੂੰ ਵੀ ਵੱਡਾ ਕੋਈ ਨਾ ਕੋਈ ਸਜ਼ਾ ਦੇਵੇਗਾ ਜਿਹੜੇ ਉਹ ਗਲਤ ਸ਼ਬਦ ਬੋਲਦੀ ਹੈ। ਇਹ ਅੱਜ ਦਾ ਸੰਘਰਸ਼ ਜਿਹੜਾ ਗਰਮਾਇਆ ਹੋਇਆ ਹੈ, ਜਾਣਾਂਗੇ ਜ਼ਮੀਨੀ ਹਾਲਾਤ, ਕਰਵਾਵਾਂਗੇ ਹਰ ਕਿਸਾਨ ਨਾਲ ਵਾਕਫੀ, ਪਰ ਵੇਲਾ ਹੋ ਚੁੱਕਿਆ ਹੈ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਿੰਘੂ ਬਾਰਡਰ ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲਗਾਤਾਰ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਹਨ ਅਤੇ ਸੰਘਰਸ਼ ਤੋਂ ਤੁਹਾਨੂੰ ਅਸੀਂ ਰੂਬਰੂ ਵੀ ਕਰਵਾ ਰਹੇ ਹਾਂ। ਹੁਣ ਸਾਡੇ ਨਾਲ ਜੁੜ ਚੁੱਕੇ ਹਨ ਸਾਡੇ ਸਹਿਯੋਗੀ ਜੈ ਵਰਮਾ। ਆਓ ਦੇਖਦੇ ਹਾਂ ਉੱਥੋਂ ਦੇ ਜ਼ਮੀਨੀ ਹਾਲਾਤ। ये आपातकाल लगाया था, जब कोरोना काल था तब क्यों पास करवाया इन्होंने? जब पूरा देश खुला था तब पास करवाओ ना, इतना अच्छे कानून है तो 6 साल पहले क्यों नहीं पास करवाए? हो सकता है कि अभी जेल जाना पड़े। नहीं, अब नहीं जाएंगे। अब हमारा भाईचारा पूरा हरियाणा पंजाब एक साथ खड़ा, अब किसी की हिम्मत नहीं जो हमें जेल में डाल सके। ये उनका असली चेहरा ये है जो ये लगा रखा है पोस्टर के ऊपर, ये है वो चीजें हमारे सामने जो हमारे को बहका के जाते हैं ना, वो चीज उनके पास नहीं है। हमारे पैसे से एसी की कार में घूम रहे हैं वो, हम ही तो ठंड में पड़े हैं। और ये अकेले किसान की थोड़ी है, सभी की लड़ाई है ये। इस समय ਅਸੀਂ ਸਿੰਘੂ ਬਾਰਡਰ ਤੇ ਖੜੇ। ਸਿੰਘੂ ਬਾਰਡਰ ਦੇ ਤਸਵੀਰਾਂ ਨੇ ਲਗਾਤਾਰ ਕਿਸਾਨ ਹੈ ਜਿਹੜੇ ਇੱਥੇ ਆਣਾ ਸ਼ੁਰੂ ਕਰ ਚੁੱਕੇ ਨੇ। ਤੇ ਇੱਕ ਮਿੰਟ ਤੁਸੀਂ ਪੋਸਟਰ ਜਿਹੜਾ ਇਹਨਾਂ ਦਾ ਦੇਖ ਸਕਦੇ ਹੋ, ਬੈਨਰ ਦੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਇੱਥੇ ਪੀਐਮ ਮੋਦੀ ਨੇ ਤੇ ਸੀਐਮ ਹਰਿਆਣਾ ਦੇ ਖੱਟਰ ਇੱਥੇ ਅਮਿਤ ਸ਼ਾਹ, ਉੱਥੇ ਦੁਸ਼ਯੰਤ ਚੌਟਾਲਾ ਤੇ ਲਗਾਤਾਰ ਜਿਹੜੇ बीजेपी के नेता ने तो उन्होंने जेड़ा पोस्टर है उत्ते बनाया गया ना गलबात जुल्म की टक्कर में लगातार जुल्म की टक्कर में लगातार तुसी तस्वीरां राही देख सकते हो कि लगातार जेड़े मोदी सरकार है, भाजपा सरकार है, ਉਹਦੇ ਮੁੱਦਾਬਾਲ ਤੇ ਜਿਹੜੇ ਨਾਰੇ ਨੇ ਉਹ ਲੱਗ ਰਹੇ ਨੇ। और भी ਜਿਹੜੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਲਗਾਤਾਰ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿੱਦਾਂ ਜਿਹੜਾ ਮੋਦੀ ਦਾ ਜਿਹੜਾ ਪੋਸਟਰ ਹੈ ਉਹ ਲਾਇਆ ਗਿਆ है। हाँ जी, कहाँ से आए आप? हरियाणा से, सोनपुर जिले से। कितनी उम्र है आपकी? 74 साल। 74 साल। हाँ। तो अभी आए हो आपके कितने दिन से? हाँ, 26 तारीख से 26 तारीख ला लिए थे। तो ये जो पोस्टर बनाया, बैनर बनाया, ये इससे सहमत हो आप?
हाँ पूरे पूरे हाँ पूरे से इनको आपने रावण की तरह इनकी शक्ल बनाई है, रावण की तरह बनाई है ना सारी ये। तो उससे सहमत हो आप? किस तरह देखते हो कि जो खेती बाड़ी बिल है इनको लेके अपना हक लेकर रहेंगे, अपना हक लेने के लिए आ रहे हैं। लगता है हक मिल जाएगा, हक लगता मिल जाएगा। हाँ मिलेगा, लेकर रहेंगे, नहीं लेकर रहेंगे। अगर ये संघर्ष लंबा चलता है तो कितने समय तक आप इधर रुक सकते हैं? हम 5 साल दी इतना 10 वर्ष भी हो जो हम नहीं मिलेगा ये संघर्ष रहेगा। तब तक हम लड़ेंगे, जीतेंगे, अपना हक लेके रहेंगे। हरियाणा के सीएम मनोहर लाल खट्टर ने बोला था कि जो ये अपना आंदोलन चल रहा है किसानों का, इसमें सिर्फ पंजाब के किसान है, हरियाणा के किसान ये आपकी मेहरबानी सारी, आप डंडे नहीं मारी, आपकी मेहरबानी, आप डंडे नहीं मारी। दिमाग रखो हो, हरियाणा को दिमाग रखो हो। खट्टर ने ये कहा कि भाई हरियाणा के किसान नहीं हैं, तो हरियाणा के किसानों को कौन जबरदस्ती उठाया गया कि हरियाणा के किसानों को उठा के जेल में रखा गया। ठीक है, देखो हमारा आधार कार्ड है, हम हरियाणा के, ठीक है। तो पहले बयानबाजी की जाती है भाजपा सरकार की तरफ से कि ये जो आंदोलन कर रहे हैं किसान नहीं है, ये बिचौलिए हैं जो सड़कों पे आके बैठे हैं। अब उन्होंने ये बयानबाजी की, भैया बिचौलिए हैं, उनसे पूछो तेरे फूफे सारे किसान हैं, अपने गेहूं के पर्चे दिखाएं या गन्ने का बॉन्ड का नंबर बताएं, क्या बताएं उनको? पूरे किसान है, किसान है। अगर वो कह रहे कि इतने अच्छे कानून हैं, इतना ये किया है, तो ये पहले क्यों नहीं किए? ये आपातकाल लगाया था, जब कोरोना काल था तब क्यों पास करवाए इन्होंने? जब पूरा देश खुला था तब पास करवाओ ना, इतने अच्छे कानून है तो 6 साल पहले क्यों नहीं पास करवाए? अब जानबूझ के अपने आकाओं को खुश करने के लिए पब्लिक को वैसे दबा दिया गया और उसके बाद ये कानून पास करवाया गया इन्होंने। लेकिन किसान, मजदूर, व्यापारी इस कानून को पास नहीं होने देगा, लागू नहीं होने देगा। देखो, जब से बात थी, दिल्ली आने की बात थी, 26 तारीख से पहले ही रात को 2 बजे जो किसान नेताओं को उठाया गया, हमें 24 तारीख को उठाया गया था। हमने 2 दिन अपने गन्ने के खेत में रात को उठाया गया। क्यों उठाया गया? कि ये इस आंदोलन में सक्रिय न हो, आंदोलन न चले किसानों का। लेकिन किसानों को दबाया नहीं जा सकता, झुकाया नहीं जा सकता, उनको सिर्फ मनाया जा सकता है। उनके कानून को वापस किया जाए तब किसान मान जाएंगे। 2 दिन कहाँ रहे थे? हम अपने गन्ने के खेत में छुपे हैं, रातें हमने खेतों में गुजारी हैं। और हमारे बहुत से किसान नेता जो उनको मिल गए तो जेल में डाल दिए गए हैं। तो अब भी तो हो सकता है कि अभी जेल जाना पड़े। नहीं, अब नहीं जाएंगे। अब हमारा भाईचारा पूरा हरियाणा, पंजाब एक साथ खड़ा। अब किसी की हिम्मत नहीं जो हमें जेल में डाल सके। अगर आपको जेल जाना पड़े, ऐसे पर्चे डाले जा रहे हैं हरियाणा की सरकार की तरफ से, किसान नेताओं को उठाया जा रहा है, अगर आपको जेल जाना पड़े तो आप जाएंगे? ना, जेल में दवा नहीं, हम यहाँ रहेंगे। जेल में अपना ठंड गुना होगा, अगर उन्होंने अपने जेल में ठंड गुना होगा। और हमारे किसकी ताकत हमारे बीच में बिठ जाएगा? हाँ जी, हाँ जी। अभी किसी की ताकत नहीं है इधर से। मैं एक सर्विसमैन हूँ आर्मी से, पहले देश की रक्षा बॉर्डर उधर की। अभी हमारे को बाद में पता लगा कि दुश्मन तो हमारे सबसे बड़े अंदर है, जो हमारे देश को बिल्कुल ऐसे खा रहे। अंग्रेज तो छोड़ के चले गए, लेकिन ये कुछ भी छोड़ेंगे, सब कुछ लूट के खा गए। गवर्नमेंट जॉब के बावजूद भी आप ऐसा कह रहे हैं, आप किसान भी हैं। आप मैं किसान का बेटा पहले हूँ, गवर्नमेंट जॉब मेरी बाद में लगी थी। पहले किसान का बेटा हूँ और किसान का बेटा हूँ आज, इसीलिए इधर आया हूँ मैं। हमारे को इनसे डरने की जरूरत नहीं है। हम अगर अलग हो गए तो हमारे का सिर पे चढ़ जाएंगे। हम एक है, कुछ भी नहीं है ये। कल को आपकी नौकरी पे खतरा आता है। अगर नौकरी में एक सर्विसमैन, मेरी पेंशन बंद कर देंगे। कोई कानून थोड़ी है ये। इनके बेटों की तरह कार में थोड़ी घूमा हूँ, पहाड़ियों पे घूम के आया हूँ मैं, तब मेरी पेंशन है। मेरा हक है वो, उसको कौन रोक देगा? अभी किसान का बेटा हूँ, ये लड़ाई लड़ूंगा मैं। तो ये तो हरियाणा सरकार ने किया था कि ये किसान नहीं है जो आंदोलन में, ये बिचौलिए हैं जो लगातार। हाँ जी, हाँ जी, किसान है जी। हम सब किसान हैं, हरियाणा से आए हुए हैं, बड़ौदा हल्का से आए हुए हैं। हाँ जी, हाँ जी। ये मेरा आधार कार्ड है, हरियाणा सोनीपत बड़ौदा हल्के का गाँव कथूरा का हूँ मैं। जाके चेक करो, मैं जमींदार का बेटा हूँ या नहीं हूँ मैं। उनके कहने से क्या होगा? वो सिर्फ इलेक्शन में दिखाई देते हैं, उनको पता है हम क्या है। वो कहा ये उनका असली चेहरा ये है जो ये लगा रखा है पोस्टर के ऊपर। ये है वो चीजें।
वो जो आप लोगों हमारे सामने जो हमारे को बहका के जाते हैं ना, वो चीज उनके पास नहीं है। हमारे पैसे से एसी की कार में घूम रहे हैं वो, हम इधर ठंड में पड़े हैं। और ये अकेले किसान की थोड़ी है, सभी की लड़ाई है ये। ਲਗਾਤਾਰ ਦੇਖ ਰਹੇ ਹੋ ਤੁਸੀਂ ਕਿ ਜੱਥੇ ਨੇ ਲਗਾਤਾਰ ਪਹੁੰਚ ਰਹੇ ਨੇ, ਲੋਕ ਪਹੁੰਚ ਰਹੇ ਨੇ, ਹਰਿਆਣੇ ਤੋਂ ਪਹੁੰਚ ਰਹੇ ਨੇ। ਤਸਵੀਰਾਂ ਰਾਹੀਂ ਸਾਫ਼ ਹੈ, ਦ੍ਰਿਸ਼ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਇੱਕ ਵੱਡੇ ਇਕੱਠ ਤੇ ਇੱਥੇ ਨੌਜਵਾਨ ਵੀ ਪਹੁੰਚੇ ਨੇ, ਬਜ਼ੁਰਗ ਵੀ ਪਹੁੰਚੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਸੰਘਰਸ਼ ਜਿਹੜਾ ਲਗਾਤਾਰ ਤਿੱਖਾ ਜਿਹੜਾ ਹੁੰਦਾ ਦਿਖਾਈ ਦੇ ਰਿਹਾ। ਹਾਲਾਂਕਿ ਜਿਹੜੇ ਲੰਗਰ ਨੇ ਉਹ ਵੀ ਲਾਏ ਗਏ ਨੇ, ਸਾਰੀ ਚੀਜ਼ ਦਾ ਪ੍ਰਬੰਧ ਹੈ। ਦਵਾਈਆਂ ਦੇ ਲੰਗਰ ਲਾਏ ਗਏ ਨੇ, ਉਹ ਵੀ ਦਿਖਾਵਾਂਗੇ ਤੁਹਾਨੂੰ, ਤਸਵੀਰਾਂ ਦਿਖਾਵਾਂਗੇ, ਉਹਦੀ ਵੀ ਗੱਲਬਾਤ ਵੀ ਕਰਾਂਗੇ ਕਿ ਇੱਕ ਪਿੱਛੇ ਵੀ ਦੇਖੋ ਗੁਰਦੁਆਰਾ ਸਾਹਿਬ ਤੋਂ ਰਕਾਬਗੰਜ ਸਾਹਿਬ ਤੋਂ ਗੁਰਦੁਆਰੇ ਤੋਂ ਜਿਹੜਾ ਲੰਗਰ ਲਾਇਆ ਗਿਆ। ਅੱਗੇ ਜਿਹੜਾ ਹੈ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਲਾਇਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲੰਗਰ ਲਾਇਆ ਗਿਆ ਹੈ। ਬਜ਼ੁਰਗ ਇੱਥੇ ਬੈਠੇ ਨੇ, ਗੱਲਬਾਤ ਕਰਾਂਗੇ। ਕੱਲ ਵੀ ਮੀਟਿੰਗ ਕੀਤੀ ਗਈ। ਹਾਂਜੀ बोल नहीं सकते हम। ਕੀ ਗੱਲ ਤਬੀਅਤ ਠੀਕ ਹੈ ਤੁਹਾਡੀ? ਹਾਂਜੀ ਨਹੀਂ ਤਬੀਅਤ ਠੀਕ ਹੈ ਨਾ ਤੁਹਾਡੀ? ਹਾਂਜੀ ਆਏ ਕਿੱਥੋਂ ਤੁਸੀਂ ਇਹ ਤਾਂ ਦੱਸ ਦਿਓ। हाँ पटियाला जिले में आए। ਤੇ ਠੰਡ ਇੰਨੀ ਹੈ, ਰਾਤੀ ਕੁਛ ਸਾਰਾ ਠੀਕ ਹੈ? ਹਾਂਜੀ सब ठीक है, कोई प्रॉब्लम नहीं है, सब ठीक है। ਸਭ ਠੀਕ ਹੈ ਤੇ ਸਿਹਤ ਉਹ ਠੀਕ ਹੈ ਜੀ? हाँ ठीक है, ਲੰਗਰ ਪਾਣੀ ਸਹੀ? सही चल रहा काम, सारा ठीक है ना। ਉਹਨਾਂ ਕੀ ਬਿੱਲ ਵਾਪਿਸ ਕਰਾ ਕੇ ਮੁੜੋਗੇ? बस देखो क्या बनाएगा, क्या बना के मुड़ेंगे। संघर्ष लिए तैयार हो? संघर्ष लंबा चलेगा, तैयार हो? हाँ तैयार हैं। हाँ जितना मर्जी टाइम लग जाए, कोई और नहीं दिक्कतदारी नहीं। ਜਿਹੜੇ ਗੱਲਬਾਤ ਕੀਤੀ ਅਸੀਂ, ਜਿਹੜੇ ਬਜ਼ੁਰਗ ਨੇ ਉਹ ਵੀ ਲਗਾਤਾਰ ਜਿਹੜਾ ਕਹਿ ਰਹੇ ਨੇ ਕਿ ਸੰਘਰਸ਼ ਹੈ ਜਿੰਨਾ ਮਰਜੀ ਲੰਬਾ ਹੋ ਜਾਵੇ ਤਿਆਰ ਨੇ ਤੇ ਲੰਗਰ ਜਿਹੜਾ ਸ਼ੁਰੂ ਹੋ ਚੁੱਕਿਆ। ਤਸਵੀਰਾਂ ਦੇਖੀਏ, ਤਸਵੀਰਾਂ ਵੀ ਦੇਖ ਸਕਦੇ ਤੁਸੀਂ, ਲੰਗਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਦੇਖ ਸਕਦੇ ਹੋ ਤੁਸੀਂ ਕਿ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ ਕਿ ਇੱਕ ਦਿਨ 'ਚ ਲੱਖਾਂ ਬੰਦਾ ਦਾ ਜਿਹੜਾ ਲੰਗਰ ਇੱਥੇ ਬਣਦਾ ਹੈ। ਤੇ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੈਠੀ ਹੈ ਤੇ ਗੁਰਦੁਆਰਾ ਰਕਾਬਗੰਜ ਵਾਲੇ ਵੀ ਇੱਥੇ ਪਹੁੰਚੇ ਨੇ, ਬੰਗਲਾ ਸਾਹਿਬ ਤੋਂ ਵੀ ਇੱਥੇ ਪਹੁੰਚੇ ਲੰਗਰ ਲਾਉਣ ਵਾਸਤੇ। ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਖਾਲੀ ਲੰਗਰ ਜਿਹੜਾ ਹੈ ਖਾਣੇ ਦਾ ਨਹੀਂ ਲੱਗਿਆ, ਲੰਗਰ ਇੱਥੇ ਦਵਾਈਆਂ ਦਾ ਵੀ ਲਾਇਆ ਗਿਆ है। तो कहाँ से, हरियाणा से हो? हाँ जी। सीएम तो कह रहे हैं कि हरियाणा के तो कोई किसान है ही नहीं यहाँ पे। सीएम कह रहे हैं हरियाणा का, क्यों खतरी रहना का कोई सारे रहना के 500 बंदा आ रहा, हमारा कल्ला का आ रहा 500 बंदा बलबेड़े तो। कितनी उम्र है आपकी? हैं 60 साल। हाँ जी क्या कह रहे थे आप? माता ऑस्ट्रेलिया तो आज चली आ रही है, हरियाणा में तो बलबेड़ा था, बलबेड़ा था 500 पहले आ रहे हैं। हाँ 10 ऑस्ट्रेलिया आ जा रही है और 20,000 बंदे में पर्चे दर्ज हैं। तो आप पे भी पर्चे दर्ज हो सकते हैं। करने का तैयार हम जी, हम तैयार हैं जी, जब मर्जी ले जाओ। सुनियारी जेल तक जा रहे हैं हमें पहला भी। हाँ जड़ा मर्जी ले चल माना, पहला सुनियारी जेल में रह के आए हमें पीपड़ी दे ठाए थे। हाँ जी कसर के रख रहे आयु जाड़ दिया ने देश, सारा देश बेच दिया इसने, सारा देश बेच दिया इसने। मनमोहन सिंह ने 35 कंपनी लाई थी, इसने 35 बेच दी। भाजपा सरकार से पीछे बयानबाजी की गई थी कि ये जो धरनों में बैठे किसान नहीं है, ये बिचौलिए हैं। किस तरह देखते हैं? बिचौलिए करता है, बिचौलिए करता है ये सारा किसान, ये सारा किसान ये बिचौलिया। एक किसान आप बिचौलिया हुआ, बिचौलिया आप है। देश का उन्हें बुद्धू बना रखा देश का। दुष्यंत चौटाला ने तो कहा था कि मैं किसान का बेटा हूँ। कम्मा निकला जमीन बेकार, तो दुष्यंत तो देवीलाल का बीज मार दिया ना, तो इन्हें बीज तो चौटाला ने मार दिया, नहीं इसने दूसरा ज्यादा मारा बीज। झूठ बोल बोल का पर्ची ले गया अपना, अपना सोमवीर भी तो देगा, सोमवीर सांगवान इस्तीफा देगा मंत्री, वो भी तो जाट था, किसान था, यूं नहीं दे सकता। खट्टर की तो तड़ा पड़ेगा।
दुष्यंत चौटाला ने कही थी कि एमएसपी किसानों को नहीं मिलेगी तो मैं इस्तीफा दे दूंगा। हाँ देवा करा दिंदा तो नहीं, सोमवीर ने दे दिया, बहादुर था मंत्री देगा इस्तीफा, अपना गोतमा कर लग गया। ये तो कुर्सी का भूखा पीछे खाऊंगा दो माँ बेटा, पीछे छक रहे थे पूरे, पीछे दे दे रहे तो उसकी झोली भरते। इनका कौन से का आगे पच्छा है, अभी ना कट्टर का आगे है ना मोदी का कुछ आगे पच्छा है, क्या इनका पल्ला है? जाएंगे ही बुरा था, इनका बख्ता लिया, इनका टेम आ लिया। बहुत लोग मरते कर दिया ना, हम देले कैसा लोग सिनेरियो भुगत का थे जब किसी ने किसान में छोड़ दिया, क्या इसने किसान ने खा लिया पाड़ का, किसान के दे दिया किसान ने कुछ भी दिया, किसान नहीं लगी ने वो कहा मेरा किसान है, मेरा किसान है, क्या मैं किसान इसका। हाँ जी हाँ जी हाँ जी भाई जी, के हरियाणा का मुख्यमंत्री खट्टर कह रहे हैं आप अकेला पंजाब का किसान है। हरियाणा, यूपी, पंजाब, राजस्थान हर जगह से किसान आया है, हम हरियाणा के किसान है। हमारे आधार कार्ड देखो, पूरा हरियाणा का किसान आया हुआ है यहाँ। वो बोल रहे हैं कि अकेला पंजाब का किसान परेशान है। अकेला पंजाब का किसान परेशान नहीं है भाई, हरियाणा, पंजाब, यूपी, राजस्थान, ऑल इंडिया का किसान परेशान है। ये बीजेपी सरकार है, हमें तोड़ने का प्रयास कर रही है भाई। किसी को नाम दे रही है, स्टेट का नाम नहीं है, ये पूरा किसान आया पूरा इंडिया से उठ के। हाँ जी, ਅਸੀਂ ਬੋਲਦੇ ਜੇਗਾ ਮੋਦੀ ਪਿਓ ਦਾ ਪੁੱਤ ਹੈ ਤੇ ਜੇ ਵੋਟਾਂ ਲਈਆਂ ਜ਼ਮੀਨ ਲੋਕਾਂ ਦੀਆਂ ਤੇ ਫਿਰ ਅਸਤੀਫਾ ਦੇ ਸਾਰੇ ਲੋਕ ਖਿਲਾਫ ਹੋ ਗਿਆ। ਜੇ ਮਸ਼ੀਨ ਨਾਲ ਜਿੱਤਿਆ ਦਾ, ਜੇ ਮਸ਼ੀਨ ਨਾਲ ਜਿੱਤਿਆ ਦਾ ਤੇ ਫਿਰ ਰਹਿਣ ਦੇ, ਜੇ ਲੋਕਾਂ ਨੇ ਜਿੱਤਿਆ ਤਾਂ ਫਿਰ ਅਸਤੀਫਾ ਦੇ ਦੇ ਮੋਦੀ ਜੋ ਹੈ, क्योंकि सब लोग तो बरखिलाफ हो गया, उधर रहने का क्या फायदा, उधर बनने का क्या फायदा, लोग सारे बरखिलाफ। जिसके मशीन में जितने जा रहा है उसी को नहीं पता कानून क्या है। किसान के बारे में कानून बनाया जा रहा है, किसानों को खुद को नहीं पता क्या बना रहे हैं, ये अपनी मर्जी से कानून बना रहे हैं। किसान को तो पता होना चाहिए जो कानून बना रहे हैं। जिसके बारे में कानून बनाओ, जिसके बारे में राय दो, उसको पता तो लगे। ਤੇ ਸਨ ਸਾਡੇ ਸਹਿਯੋਗੀ ਜੈ ਵਰਮਾ ਜਿਹੜੇ ਸਿੰਘੂ ਬਾਰਡਰ ਤੋਂ ਸਾਡੇ ਨਾਲ ਜੁੜੇ ਸਨ ਤੇ ਕਿਸਾਨੀ ਸੰਘਰਸ਼ ਦੇ ਚੱਪੇ-ਚੱਪੇ ਦੇ ਹਾਲਾਤਾਂ ਤੋਂ ਸਾਨੂੰ ਜਾਣੂ ਕਰਵਾ ਰਹੇ ਹਨ। ਪਰ ਇਸ ਸੰਘਰਸ਼ ਦਰਮਿਆਨ ਕਿਸਾਨ ਜਥੇਬੰਦੀਆਂ ਬਿਲਕੁਲ ਫੂਕ ਕੇ ਕਦਮ ਰੱਖ ਰਹੀਆਂ ਹਨ। ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਰਣਨੀਤੀ ਅਖਤਿਆਰ ਕੀਤੀ ਜਾ ਰਹੀ ਹੈ। ਐਸੇ ਦਰਮਿਆਨ ਅੱਜ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਕੀ ਰਹੀ ਇਸ ਪ੍ਰੈਸ ਕਾਨਫਰੰਸ ਦੀ ਵਾਕਫੀ, ਆਓ ਜਾਣਦੇ ਹਾਂ। हमें तय किया गया कि इन किसान विरोधी कानूनों के खिलाफ संयुक्त किसान मोर्चा कायम है, उसके बैनर तले सब लोग यूनाइटेड हैं। बिल्कुल स्पष्ट कर दूं, हमारी मांग एक और सिर्फ एक है, ये जो किसान विरोधी कानून हैं इन्हें निरस्त किया जाए, रिपील किया जाए। कोई संशोधन नहीं, कोई आधा अधूरा नहीं, कोई किंतु परंतु नहीं, कोई क्लॉज में अमेंडमेंट नहीं। तीनों किसान विरोधी कानूनों को संसद का विशेष अधिवेशन बुला के वापस किया जाए। हमने फैसला किया है कि हमारे जो मंडल है, प्रतिनिधि मंडल सरकार से बातचीत करने जाता है, कल गया था, कल जाएगा, उस प्रतिनिधि मंडल का विस्तार होगा और उस प्रतिनिधि मंडल में पूरे देश की विविधता जो आप देख रहे हैं ये उस प्रतिनिधि मंडल के अंदर भी आएगी। उसके लिए हमने इंतजाम किए हैं। सरकार को जिस तरह से नेगोशिएशन चल रहा है उसके बारे में एक चिट्ठी हम भेज रहे हैं, और सरकार ने जो कहा था क्लॉज बाय क्लॉज आपको क्या एतराज है, ये सोचते हुए कि अच्छा इनको क्लॉज के चक्कर में हम फंसा लेंगे, वो भी हम उनको भेज रहे हैं। वो क्लॉज जिसके कारण ये बिल निरस्त होने चाहिए, रिपील होने चाहिए, अमेंडमेंट की मांग हम नहीं कर रहे हैं। बस एक आखिरी छोटी सी बात, मुझे कल कई मीडिया के साथियों की तरफ से कहा गया कि मीडिया के साथियों को कुछ परेशानी हुई है। मैं माफी मांगता हूं, उतना हम सुपर ऑर्गेनाइज्ड हैं नहीं, और कुछ साथियों के साथ अगर कुछ हो जाता है, भाई देखिए किसान जब देखता है कि वो इतना बड़ा आंदोलन कर रहा है और उसको मीडिया में कहीं दिखाई नहीं देता तो उसके मन में थोड़ा सा होता है। मैं जानता हूं कि वो आप नहीं कर रहे, वो खेल कई बार ऊपर खेले जाते हैं, तो ऐसा हो जाता है। अगर कुछ भी हुआ है पहले तो हम माफी मांगते हैं। दूसरा, हम 2 नंबर आपको दे रहे हैं, 2 हमारे बहुत सीनियर लीडर हैं उनके नंबर दे रहे हैं। किसी मीडिया के साथी को कोई प्रॉब्लम आए, बिना झिझक के आप उनको फोन कीजिए, अपॉइंटमेंट के लिए नहीं, प्रेस कॉन्फ्रेंस के लिए नहीं। किसी को कोई प्रॉब्लम अगर आती है हमारे किसी भी साथी की तरफ से, ये हमारे 2 सीनियर लीडर हैं, हमारे सामने ही हैं, सरदार जगजीत सिंह दल्लेवाल
हमारे सीनियर लीडर्स में से हैं, 7 मेंबरी कमेटी के मेंबर हैं। फोन आपकी इजाजत से दे रहा हूं सर, मैं रिलीज कर रहा हूं आपका फोन। फोन नंबर है 9417169682। 9417164682। ये दल्लेवाल जी हैं। दूसरे हमारे साथी हैं मंजीत राय जी। मंजीत राय जी बीकेयू दोआबा के प्रेसिडेंट हैं। उनका फोन नंबर है 9463672324। राय साहब यहाँ पे हैं? अभी है नहीं। ये दोनों सीनियर लीडर हैं। मीडिया को कोई प्रॉब्लम आता है प्लीज हमें बताइए, हम उसको एकदम रेक्टिफाई करेंगे। आप अंदर जाके देखना चाहते हैं, कोई आपको वॉलंटियर चाहिए आपके साथ जाए, बहुत दूर दूर तक है, क्योंकि हम चाहते हैं आप अंदर जाके देखें कितने आपको इसमें आड़ती दिखाई देंगे, कितने आपको खालिस्तानी दिखाई देंगे। मैं चाहता हूं आप जाके देखो, ये जो प्रोपेगेंडा चलाया जा रहा है आप खुद अपनी आंख से जाके चेक करो कौन आए हैं यहाँ पे, किस हालात में खड़े हैं यहाँ पे। तो कोई प्रॉब्लम आए आप हमें बताइए। हाँ हाँ, वॉलंटियर के लिए भी और इसके लिए दोनों के लिए भी मंजीत राय जी और दल्लेवाल जी दोनों को आप संपर्क कर सकते हैं। जी सवाल जी। इस मंच से कनाडा के प्रधानमंत्री का जिक्र किया गया, क्या भारत के अंदरूनी मामले में कनाडा का प्रधानमंत्री का बोलना ठीक है और उसका हवाला देना इस मंच से जायज है? ट्रूडो का जो हवाला दिया गया है, देखिए ये जो इंटरनेशनल रिलेशंस में अगर ट्रूडो जी ने हमारे सपोर्ट में कहा है तो हम उनका स्वागत करेंगे, उनको वेलकम करेंगे। ये अभी इंटरनेशनल रिलेशन में मोदी गवर्नमेंट सोचे कि उनको क्या उसके साथ अपनी जो डिप्लोमेसी है वो खेले। हेलो, हाँ जी। देखिए, अंदरूनी मामलों में किसी भी देश के व्यक्ति को भारत के अंदर दखल देने का कोई अधिकार नहीं है। वो हमारी चिंता कर रहे हैं, इसका हम उनका सम्मान करते हैं, स्वागत करते हैं, मगर ये हमारा देश है, इसके अंदर हमको अपने भाइयों के साथ लड़ना है, अपने हक की लड़ाई लड़ना है। और कुछ है? एक मिनट सर, एक मिनट, ये पूछ रहे हैं आधी बात इनकी बीच में। हाँ जी, अवार्ड वापसी का जो आपने जिक्र किया ना, क्लैरिटी कर दीजिए कौन? अवार्ड वापसी का ही आज हमें पंजाब के साथियों ने बताया है कि उनके जितने भी बड़े बड़े प्लेयर हैं अवार्ड वापसी का 7 तारीख को उन्होंने ऐलान किया। हमारी मीटिंग में रिपोर्ट हुआ है ये। पता चलेगा? नहीं, वो हमें आया है कि अवार्ड वापसी के लिए जो प्लेयर, राइटर या कोई आर्टिस्ट है उन्होंने ऐसा ऐलान किया। योगेंद्र जी, आपने देखिए, एक मिनट, जो राष्ट्रीय और अंतर्राष्ट्रीय खिलाड़ी हैं, किसानों के समर्थन में वो सरकार को अपने अवार्ड वापस करेंगे। एक सेना के जो हैं रिटायर्ड फौजी, उन्होंने भी ऐलान किया है कि जो हमको अभी मेडल मिले हैं, हम भी किसानों के सम्मान में ये मेडल को वापस करेंगे। योगेंद्र जी, आपने मीडिया की परेशानी की बात यहाँ पर रखी है, लेकिन हम देख रहे हैं कि आपके वॉलंटियर्स भी हैं, लेकिन कुछ एक एम्बुलेंस है जिन्हें वाया रूट से जाना पड़ रहा है, काफी दिक्कत आ रही है। उसके लिए भी कोई व्यवस्था आपकी तरफ से अगर बनाई जाएगी तो लोगों को उसका फायदा होगा, तो इसके लिए भी बहुत सही, बहुत अच्छा सुझाव है भाई। जब हम देखते हैं लोगों को जाते हुए, सच में हमारे दिल में बहुत वैसा महसूस होता है। ये भी हमारे मजदूर भाई हैं, किसान भाई हैं। हाँ, दल्लेवाल जी कुछ सूचना देंगे इसके बारे में। देखिए, सभी मीडिया कर्मी भाई ध्यान दीजिए कि यहाँ पे एक गाड़ी स्पेशल आपके लिए छोड़ी हुई है। अगर कहीं इन्हें आगे पीछे जाना है इसको कवर करने के लिए, तो काइंडली उस गाड़ी को लेकर जाना है। तो नंबर होशियारपुर तो वो एम्बुलेंस यहाँ पे आई हुई है होशियारपुर से, और हमारे से जब तालमेल करोगे ना, हम आपको वो अवेलेबल करवा के देंगे। हाँ, थैंक्स। इनका सवाल दूसरा था। इनका सवाल ये था
कि जो ऑर्डिनरी जनता है, मरीज है, कोई एम्बुलेंस किसी की जानी है, कोई इमरजेंसी किसी को है, उन लोगों को जो परेशानी हो रही है, सर हम कह सकते हैं कल तक हम इसका इंतजाम करके बताएंगे। कल तक हमारे सीनियर राघु दल्लेवाल जी आपको इसके लिए कोई व्यवस्था करके बताएंगे। बिल्कुल सही बात है, हम ऐसा कुछ नहीं चाहते। जोगेंद्र जी, संयुक्त किसान मोर्चा में अभी कितने मेंबर हैं, उनके नाम बता दीजिए, और एआई के एससीसी के कन्वीनर कौन है? एक मिनट। ये संयुक्त किसान मोर्चा की प्रेस कॉन्फ्रेंस है। आपने संयुक्त किसान मोर्चा का पूछा, मैं आपको जरूर बता देता हूं। आपने पूछा संयुक्त किसान मोर्चा में कितने मेंबर हैं। संयुक्त किसान मोर्चा में इस वक्त कम से कम 450 ऑर्गेनाइजेशंस हैं, जिसमें ऑल इंडिया किसान संघर्ष कोऑर्डिनेशन कमेटी के कोई 200-250 ऑर्गेनाइजेशंस हैं। राष्ट्रीय किसान महासंघ के कोई 100-150 संगठन है। स्वागत करता हूं मैं मेधा पाटकर जी का, डॉक्टर सुनीलम जी का, जो हमारे बीच है। जैसे मैंने कहा, इतने देश भर के संगठन और व्यक्ति आए हमारे साथ, नेता लोग आए हैं। ये प्रश्नोत्तर के सत्र में चल रहे हैं अभी हम। बैठिए, आइए। तो और इसके लिए एक 7 मेंबर्स की कमेटी बनी थी। वो 7 मेंबर की कमेटी अभी भी 7 मेंबर की कमेटी है और अभी भी कायम है, काम कर रही है। जी, का सवाल रह गया सरकार की तरफ से जो पैनल बैठा था, कृषि मंत्री नरेंद्र तोमर बैठे थे और गृह मंत्री कैबिनेट में बैठे थे। क्या आप किसी स्पेशल पैनल की डिमांड करते हैं? क्योंकि इस तरह की ग्राउंड जीरो से खबरें निकल करके सामने आ रही हैं कि वो प्रधानमंत्री से बात करना चाहते हैं और किसी से वो बात नहीं करना चाहते। सवाल ये है कि जो आप बिल्कुल सही कह रही हैं, काफी साथियों के मन में ये सवाल है कि जो लोग हमसे चर्चा कर रहे हैं, क्या उनके पास कोई ताकत है भी चर्चा करने की? क्योंकि इस मंत्रिमंडल में तो एक ही मंत्री है और तो कोई मंत्री है नहीं इस देश में। हम अपनी बात रखेंगे और अगर हमें महसूस होता है कि जिस लेवल पे हमारी बात है उस लेवल पे जवाब देने वाले नहीं हैं, तो हम इसे अगले स्तर के ऊपर लेके जाएंगे। कल के लिए हमारी ये मांग नहीं है। हमने बातचीत का रास्ता हमेशा खुला रखा है, हमने बातचीत का रास्ता बंद नहीं किया है। हमारी सिर्फ ये है, बातचीत अनकंडीशनल हो, बातचीत ईमानदारी से हो और तमाम देश भर के लोगों को शामिल करके हो। मेरे भाई को उसको लगेगा मैंने उसका सवाल नहीं लिया, बता दो भाई। ये संयुक्त किसान मोर्चा की प्रेस कॉन्फ्रेंस है। संयुक्त किसान मोर्चा की तरफ से मैं जवाब दे रहा हूं। जो अलग अलग संगठन हमारे साथ हैं, वो अपनी अलग अलग एक्टिविटीज कर रहे हैं, उसके बारे में सवाल जवाब हो सकते हैं। AIKSCC के मंच पे उसकी प्रेस कॉन्फ्रेंस में जरूर आप ये सवाल पूछिए, वाजिब है। यहाँ संयुक्त किसान मोर्चा में हम मान के चलते हैं कि सभी लोग साथ हैं। ऑल इंडिया किसान संघर्ष कोऑर्डिनेशन कमेटी पूरी तरह से इस स्ट्रगल के साथ है, उसमें कोई किंतु परंतु नहीं। देखिए, सभी पत्रकार और माध्यमकर्ताओं को जिंदाबाद। ये अखिल भारतीय किसानों का संघर्ष आज पंजाब और हरियाणा की ताकत से प्रेरणा लेकर अंतिम मंजिल तक आगे बढ़ने जा रहा है। ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਬਰਕਰਾਰ ਹੈ। ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਇੱਕ ਵਾਰ ਫਿਰ ਤੋਂ ਜ਼ਾਹਿਰ ਕਰ ਦਿੱਤਾ ਹੈ ਕਿ ਉਹ ਆਪਣੇ ਹੱਕ ਜਿਹੜੇ ਨੇ ਲੈ ਕੇ ਵਾਪਸ ਪਰਤਣਗੇ। ਇਸ ਲਈ ਸੰਘਰਸ਼ ਭਾਵੇਂ ਜਿੰਨਾ ਵੀ ਤਿੱਖਾ ਹੋ ਜਾਵੇ, ਉਹ ਆਪਣੇ ਹੌਸਲੇ ਜਿਹੜੇ ਨੇ ਬੁਲੰਦ ਰੱਖਣਗੇ ਤੇ ਆਪਣੇ ਹੱਕਾਂ ਲਈ ਡਟੇ ਰਹਿਣਗੇ। ਫਿਲਹਾਲ ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।